ਪੰਜਾਬ ਦਾ ਜਿਹੜਾ ਕ੍ਰਾਈਸਿਸ ਅੱਜ ਹੈਗਾ ਇਸ ਤੋਂ ਪਹਿਲਾਂ ਕਦੇ ਦੇਖਿਆ ਸੀ? ਪੰਜਾਬ ਇੱਕ ਬਹੁਤ ਹੀ ਡਾਇਨਾਮਿਕ ਸਟੇਟ ਹੈ ਔਰ ਕਦੇ ਸਟੈਟਿਕ ਨਹੀਂ ਹੁੰਦੀ। ਤੁਸੀਂ ਪੰਜਾਬ ਨੂੰ ਕ੍ਰਾਈਸਿਸ ਨਹੀਂ ਮੰਨਦੇ? ਜੇ ਅਸੀਂ ਇਤਿਹਾਸ ਦੇਖੀਏ, 1000 ਸਾਲ ਦਾ ਇਤਿਹਾਸ ਦੇਖ ਲਈਏ, ਉਹਦੇ 'ਚ ਪੰਜਾਬ ਕਦੇ ਚੁੱਪ ਕਰਕੇ ਨਹੀਂ ਬੈਠਿਆ। ਹਿੰਦੁਸਤਾਨ ਦੀਆਂ ਸਭ ਤੋਂ ਪੀਸਫੁਲ ਮੂਵਮੈਂਟਸ ਪੰਜਾਬ ਦੀਆਂ। ਸਾਡੇ ਸਾਹਮਣੇ ਜਿਹੜੀ ਤਸਵੀਰ ਰੱਖੀ ਜਾਂਦੀ ਹੈ, ਸਾਡੇ ਜਿਹੜੇ ਲੀਡਰ ਸਾਡੇ ਸਾਹਮਣੇ ਤਸਵੀਰ ਰੱਖਦੇ ਆ, ਉਹ ਸਾਨੂੰ ਕ੍ਰਾਈਸਿਸ ਵਿੱਚ ਦਿਖਾਉਂਦਾ। ਉਹ ਦੱਸਦਾ ਕਿ ਪੰਜਾਬ ਖੁਸ਼ਹਾਲ ਨਹੀਂ ਹੈਗਾ। ਪੰਜਾਬ ਦਾ ਮਿਊਜ਼ਿਕ ਤਾਂ ਸਾਰੀ ਦੁਨੀਆ 'ਚ ਵੱਜਦਾ। ਪੰਜਾਬ ਦੀ ਬੱਲੇ ਬੱਲੇ ਹੁੰਦੀ ਹੈ। ਅਸੀਂ ਪੰਜਾਬ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ। ਜਿਹੜੀ ਪੰਜਾਬੀ ਕਮਿਊਨਿਟੀ ਆ ਗਲੋਬਲਾਈਜ਼ ਹੋ ਰਹੀ, ਉਹ ਕ੍ਰਾਈਸਿਸ 'ਚ ਕਿਵੇਂ ਹੋਊਗੀ? ਤਾਂ ਸਾਡੇ ਸਾਹਮਣੇ ਸਵਾਲ ਖੜਾ ਕੀਤਾ ਜਾਂਦਾ ਕਿ ਇੱਥੋਂ ਜਿਹੜਾ ਪ੍ਰਵਾਸ ਹੋ ਰਿਹਾ ਉਹ ਸਾਡੇ ਲਈ ਕ੍ਰਾਈਸਿਸ ਹੈ। ਤੁਸੀਂ ਕਹਿ ਰਹੇ ਹੋ ਗਲੋਬਲਾਈਜ਼ ਹੋ ਰਹੇ ਸੀ। ਜੇ ਪ੍ਰਵਾਸ ਪੰਜਾਬੀ ਨਾ ਕਰਦੇ ਤਾਂ ਕਰਤਾਰ ਸਿੰਘ ਸਰਾਭਾ ਕਿੱਥੋਂ ਲੈ ਕੇ ਆਉਣਾ ਸੀ? ਅਸੀਂ ਗਦਰ ਮੂਵਮੈਂਟ ਕਿੱਥੋਂ ਲੈ ਕੇ ਆਉਣੀ ਸੀ? ਬਹੁਤ ਚਿਰਾਂ ਬਾਅਦ ਇੱਕ ਇਹੋ ਜਿਹਾ ਮਹਿਮਾਨ ਮੇਰੇ ਕੋਲ ਸਟੂਡੀਓ 'ਚ ਬੈਠਾ ਜਿਹੜਾ ਇਹ ਕਹਿ ਰਿਹਾ ਕਿ ਪੰਜਾਬ ਦੀ ਅਣਖ ਹਜੇ ਮਰੀ। ਤੁਹਾਨੂੰ ਇਹ ਪਹਿਲਾਂ ਕਿਉਂ ਨਜ਼ਰ ਆ ਗਿਆ ਸੀਗਾ ਕਿ ਸਾਡੇ ਬਹੁਤੇ ਲੀਡਰ ਆ ਜਿਹੜੇ ਉਹ ਇੱਕ ਪਾਰਟੀ ਦੂਜੀ ਪਾਰਟੀ ਜਾਣਗੇ? ਜਿਹੜਾ WTO ਆਇਆ, ਇਹਨੇ ਬਹੁਤ ਸਾਰੀਆਂ ਜਿਹੜੀਆਂ ਬਾਉਂਡਰੀਜ਼ ਸੀਗੀਆਂ ਨਾ ਜੀ, ਉਹ ਮਿਟੇ ਦਿੱਤੀਆਂ ਨੇ। ਪੰਜਾਬ ਦੇ ਵਿੱਚ ਬਹੁਤ ਸੰਘਰਸ਼ ਲੜਿਆ ਗਿਆ ਸੈਂਟਰ ਸਟੇਟ ਰਿਲੇਸ਼ਨਸ਼ਿਪ ਦਾ। ਵੱਧ ਅਧਿਕਾਰਾਂ ਦੀ ਹਾਲੇ ਵੀ ਗੱਲ ਕਰਦੇ ਆ ਜੀ, ਪੰਜਾਬ ਦੇ ਅਧਿਕਾਰ ਚਾਹੀਦੇ। ਹੁਣ ਪੰਜਾਬ ਦੇ ਅਧਿਕਾਰ ਤੁਹਾਨੂੰ ਕੇਂਦਰ ਸਰਕਾਰ ਨੇ ਨਹੀਂ ਦੇਣੇ। ਕੇਂਦਰ ਸਰਕਾਰ ਕੋਲੇ ਆਪਦੇ ਅਧਿਕਾਰ ਹੈ ਨਹੀਂ। ਉਹਨਾਂ ਦੀਆਂ ਮਾਰਕੀਟ ਫੋਰਸਿਸ, ਉਹਨਾਂ ਦੇ ਸਾਰੇ ਅਧਿਕਾਰ ਲੈ ਗਈ। SYL ਜਦੋਂ ਮੈਂ ਗਾਣੇ ਦਾ ਹੀ ਜ਼ਿਕਰ ਕਰ ਰਿਹਾ, ਜਿਹੜਾ ਇਸ ਵਕਤ ਸਿੱਧੂ ਮੂਸੇਵਾਲੇ ਦੇ ਗਾਣੇ ਦਾ ਜ਼ਿਕਰ ਪੂਰੇ ਪੰਜਾਬ ਵਿੱਚ ਹੋ ਰਿਹਾ, ਤੁਸੀਂ ਉਹਦੇ ਤੇ ਜਦੋਂ ਲਿਖਿਆ ਤੁਹਾਡਾ ਵਿਰੋਧ ਹੋਇਆ। ਬਹੁਤ ਹੀ ਜ਼ਿਆਦਾ ਅਫਸੋਸ ਹੈ ਕਿ ਸਿੱਧੂ ਮੂਸੇਵਾਲੇ ਦਾ ਇਸ ਤਰ੍ਹਾਂ ਕਤਲ ਕੀਤਾ ਜਾਵੇ। ਔਰ ਜਦੋਂ SYL ਦਾ ਮੁੱਦਾ ਜਦੋਂ ਬਣ ਕੇ ਸਾਹਮਣੇ ਆਇਆ ਸੀ, ਉਹ 1980 ਦਾ ਦਹਾਕਾ ਸੀ, ਜਦੋਂ ਇੰਦਰਾ ਗਾਂਧੀ ਨੇ ਆ ਕੇ ਕਪੂਰੀ ਤੇ ਟੱਕ ਲਾਇਆ ਸੀ ਕਿ ਇਹ ਗਾਣਾ ਆਇਆ। ਸ਼ਾਇਦ ਜੇ ਸਿੱਧੂ ਮੂਸੇਵਾਲਾ ਜਿਉਂਦਾ ਹੁੰਦਾ ਇਹਨੂੰ ਇੰਨੀ ਇੰਪੋਰਟੈਂਸ ਨਾ ਮਿਲਦੀ। ਉਹਦੇ ਮਰਨ ਕਰਕੇ ਜ਼ਿਆਦਾ ਇੰਪੋਰਟੈਂਸ ਮਿਲੀ ਹੈ ਵੀ ਇਹਦੇ ਉੱਤੇ ਕੰਮ ਕਰ ਰਿਹਾ ਸੀ। ਜਿਹੜੀ ਗੱਲ ਉਸ ਗਾਣੇ ਦੇ ਵਿੱਚ ਇਹ ਕਹੀ ਗਈ ਹੈ ਕਿ ਪੰਜਾਬ ਦੇ ਨਾਲ ਹਰਿਆਣਾ ਵੀ ਆ ਜਾਵੇ, ਹਿਮਾਚਲ ਵੀ ਆ ਜਾਵੇ, ਪੁਰਾਣਾ ਪੰਜਾਬ ਹੈ ਜਿਹੜਾ। ਹਰਿਆਣੇ ਵਾਲਿਆਂ ਨੂੰ ਪੁੱਛੋ ਵੀ ਪੰਜਾਬ 'ਚ ਲੜਨਾ ਜਾਂ ਮੁੱਦਾ ਜਿਹੜਾ ਇਹਦੇ ਵਿੱਚ ਆਉਂਦਾ, ਉਹ ਕਹਿੰਦਾ ਇਹ ਤੁਪਕਾ ਨਹੀਂ ਦੇਣਾ। ਮੈਂ ਇਹ ਕਹਿੰਦਾ ਕਿ ਜਿਹੜਾ ਇਸ਼ੂ ਜਿਹੜਾ ਹੈ ਇਹਨੂੰ ਗਲਤ ਤਰੀਕੇ ਦੇ ਨਾਲ ਪ੍ਰੈਜ਼ੈਂਟ ਕੀਤਾ ਜਾਏ। ਜਸ ਟੀਵੀ ਦੇਖ ਰਹੇ ਤੁਸੀਂ, ਮੈਂ KP ਸਿੰਘ। ਵਿਊ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ ਹੈ। ਪੰਜਾਬ ਖੁਸ਼ਹਾਲ ਸੂਬਾ ਸੀ ਕਦੇ, ਅੱਜ ਪੰਜਾਬ ਕਿੱਥੇ ਖੜਾ ਹੈ, ਇਸ ਬਾਬਤ ਜਿਹੜੇ ਸਿਆਸਤਦਾਨ ਹੈ ਉਹ ਇਮਾਨਦਾਰ ਨਾਲ ਜਵਾਬ ਨਹੀਂ ਦੇ ਰਹੇਗੇ। ਜਿਹੜੇ ਪੱਤਰਕਾਰ ਹੈ ਉਹਨਾਂ ਦਾ ਬਹੁਤ ਹਿੱਸਾ ਜਿਹੜਾ ਉਹ ਉਸ ਲਹਿਜ਼ੇ ਨਾਲ ਗੱਲ ਕਰਦਾ ਪਿਆ ਜਿਸ ਲਹਿਜ਼ੇ ਵਿੱਚੋਂ ਪੰਜਾਬ ਦੀ ਅਸਲ ਤਸਵੀਰ ਜਾਂ ਪੰਜਾਬ ਨੂੰ ਜਿਹੜੇ ਲੈਂਸ ਵਿੱਚੋਂ ਦੇਖਣਾ ਚਾਹੀਦਾ ਉਹ ਨਹੀਂ ਦਿਖਦਾ ਪਿਆ। ਇਸ ਲਈ ਅੱਜ ਬਹੁਤ ਹੀ ਖਾਸ ਮਹਿਮਾਨ ਸਟੂਡੀਓ ਵਿੱਚ ਸੱਦੇ ਆ ਜਿਨ੍ਹਾਂ ਨੇ ਇਸ ਪੱਤਰਕਾਰਤਾ ਨੂੰ 3 ਦਹਾਕੇ ਨਿਭਾਇਆ, ਲਿਖਿਆ ਤੇ ਬਹੁਤ ਹੀ ਸਟੀਕ ਪੱਤਰਕਾਰਤਾ ਕੀਤੀ ਹੈ। ਉਹ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਹੈਗੇ ਆ ਜਿਨ੍ਹਾਂ ਦੇ ਲੈਂਸ ਦੇ ਵਿੱਚੋਂ ਪੰਜਾਬ ਨੂੰ ਅਸੀਂ ਸਹੀ ਤਰੀਕੇ ਨਾਲ ਦੇਖ ਸਕਦੇ ਹਾਂ। ਸਰਬਜੀਤ ਪੰਦੇਰ, ਬਹੁਤ ਸਵਾਗਤ ਹੈ ਸਰ ਤੁਹਾਡਾ। ਬਹੁਤ ਬਹੁਤ ਸ਼ੁਕਰੀਆ KP ਜੀ। ਜਸ ਪੰਜਾਬੀ ਦੇ ਸਾਰੇ ਸਰੋਤਿਆਂ ਨਾਲ ਸਾਂਝ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ। ਚਲੋ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਵਕਤ ਕੱਢਿਆ ਸਰਬਜੀਤ ਪੰਦੇਰ। ਤੁਸੀਂ ਤਕਰੀਬਨ 3 ਦਹਾਕੇ ਪੱਤਰਕਾਰਤਾ ਕੀਤੀ ਹੈ। ਦਾ ਹਿੰਦੂ 'ਚ ਤੁਸੀਂ ਰਹੇ ਹੋ, PTI 'ਚ ਰਹੇ ਹੋ, ਟ੍ਰਿਬਿਊਨ 'ਚ ਰਹੇ ਹੋ, ਚੰਡੀਗੜ੍ਹ ਪ੍ਰੈਸ ਕਲੱਬ ਦੇ ਤੁਸੀਂ ਪ੍ਰਧਾਨ ਰਹੇ ਹੋ। ਇੰਨਾ ਕੁਝ ਦੇਖਿਆ, ਉਸ ਦੇ ਵਿੱਚੋਂ ਤੁਹਾਨੂੰ ਪੰਜਾਬ ਦਾ ਜਿਹੜਾ ਕ੍ਰਾਈਸਿਸ ਅੱਜ ਹੈਗਾ ਇਸ ਤੋਂ ਪਹਿਲਾਂ ਕਦੇ ਦੇਖਿਆ ਸੀ? ਮੈਂ ਇਹਨੂੰ ਕ੍ਰਾਈਸਿਸ ਨਹੀਂ ਕਹਿੰਦਾ ਜੀ। ਲੋਕਾਂ ਨੂੰ ਨਾ ਜੀ ਇੱਕ ਨੈਗੇਟਿਵ ਜਿਹੜੀ ਵਿਊ ਪੁਆਇੰਟ ਰੱਖਣ ਦੀ ਇੱਕ ਆਦਤ ਆ ਵੀ ਉਹਦੇ 'ਚ ਫਿਰ ਲੱਗਦਾ ਜੀ ਇਹਦੇ 'ਚੋਂ ਇੱਕ ਪੰਜਾਬ ਦੇ ਵਿੱਚ ਇੱਕ ਸੈਕਸ਼ਨ ਆ ਪੱਤਰਕਾਰਾਂ ਦਾ ਵੀ ਔਰ ਇੰਟੈਲੈਕਚੁਅਲਾਂ ਦਾ, ਉਹਨਾਂ ਦੀ ਮੈਂ ਛੇੜ ਰੱਖੀ ਹੋਈ। ਇਹ ਰੁਦਾਲੀਆਂ ਨੇ, ਇਹਨਾਂ ਨੇ ਵੈਨ ਪਾਉਣੇ ਹੁੰਦੇ। ਪੰਜਾਬ ਇੱਕ ਬਹੁਤ ਹੀ ਡਾਇਨਾਮਿਕ ਸਟੇਟ ਆ ਔਰ ਕਦੇ ਸਟੈਟਿਕ ਨਹੀਂ ਹੁੰਦੀ। ਪੰਜਾਬ ਨੂੰ ਤੁਸੀਂ ਇੱਕ ਜਗ੍ਹਾ ਦੇ ਉੱਤੋਂ ਖੜ ਕੇ ਨਹੀਂ ਡਿਫਾਈਨ ਕਰ ਸਕਦੇ। ਪੰਜਾਬ ਹਮੇਸ਼ਾ ਕਿਤੇ ਨਾ ਕਿਤੇ ਲੈਵਲ ਦੇ ਉੱਤੇ ਇੱਕ ਰਫ਼ਤਾਰ 'ਚ ਚੱਲਦਾ। ਪੰਜਾਬ ਨਵੀਆਂ ਜਿਹੜੀਆਂ ਹੈਗੀਆਂ ਪਿਰਤਾਂ ਪਾਉਂਦਾ ਹੋਇਆ ਉਹ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਇਹ ਤੁਸੀਂ ਦੇਖ ਸਕਦੇ ਹੋ। ਜੇ ਅਸੀਂ ਇਤਿਹਾਸ ਦੇਖੀਏ, 1000 ਸਾਲ ਦਾ ਇਤਿਹਾਸ ਦੇਖ ਲਈਏ, ਉਹਦੇ 'ਚ ਪੰਜਾਬ ਕਦੇ ਚੁੱਪ ਕਰਕੇ ਨਹੀਂ ਬੈਠਿਆ। ਜੇ ਪਿਛਲੇ 100 ਸਾਲ ਹੀ ਦੇਖੀਏ, ਪੰਜਾਬ ਨੇ ਵੱਡੀਆਂ ਵੱਡੀਆਂ ਮੂਵਮੈਂਟਸ ਦਿੱਤੀਆਂ ਨੇ। ਅਸੀਂ ਪੰਜਾਬ ਨੂੰ ਨਾਰਮਲੀ ਹੁਣ ਅੱਜ ਕੱਲ੍ਹ ਪਿੱਛੇ ਜੇ ਅਖਬਾਰਾਂ 'ਚ ਆਇਆ ਖਬਰਾਂ ਸੀਗਾ ਜੀ, ਹਥਿਆਰਾਂ ਬਾਰੇ ਗੱਲ ਬਹੁਤ ਜ਼ਿਆਦਾ ਹੋ ਰਹੀ ਸੀ। ਪਰ ਜੇ ਤੁਸੀਂ ਪਿਛਲੇ 100 ਸਾਲਾਂ ਦਾ ਇਤਿਹਾਸ ਦੇਖੋ, ਹਿੰਦੁਸਤਾਨ ਦੀਆਂ ਸਭ ਤੋਂ ਪੀਸਫੁਲ ਮੂਵਮੈਂਟਸ ਪੰਜਾਬ ਦੀਆਂ ਨੇ। ਤੁਸੀਂ ਗੁਰਦੁਆਰਾ ਸੁਧਾਰ ਲਹਿਰ ਦੇਖੋ, ਫਿਰ ਜੀ ਐਮਰਜੈਂਸੀ ਦੇ ਖਿਲਾਫ ਜਿਹੜਾ ਮੋਰਚਾ ਸੀ, ਹੁਣ ਕਿਸਾਨੀ ਅੰਦੋਲਨ ਦੇਖੋ। ਇਹੋ ਜਿਹੀਆਂ ਮੂਵਮੈਂਟਸ ਸ਼ਾਇਦ ਤੁਹਾਨੂੰ ਦੁਨੀਆ ਦੇ ਵਿੱਚ ਨਹੀਂ ਲੱਭਣਗੀਆਂ। ਤੁਸੀਂ ਪੰਜਾਬ ਨੂੰ ਕ੍ਰਾਈਸਿਸ 'ਚ ਨਹੀਂ ਮੰਨਦੇ?
ਬਿਲਕੁਲ ਮੈਂ ਇਹਨੂੰ ਕ੍ਰਾਈਸਿਸ ਨਹੀਂ, ਮੈਂ ਇਹਨੂੰ ਡਾਇਨਾਮਿਜ਼ਮ ਕਹਿੰਦਾ ਜੀ। ਨਹੀਂ, ਫਿਰ ਸਾਡੇ ਸਾਹਮਣੇ ਜਿਹੜੀ ਤਸਵੀਰ ਰੱਖੀ ਜਾਂਦੀ ਹੈ, ਸਾਡੇ ਜਿਹੜੇ ਲੀਡਰ ਸਾਡੇ ਸਾਹਮਣੇ ਤਸਵੀਰ ਰੱਖਦੇ ਆ, ਸਾਡਾ ਭਾਈਚਾਰਾ ਸਾਡੇ ਸਾਹਮਣੇ ਜਿਹੜੀ ਤਸਵੀਰ ਰੱਖਦਾ, ਉਹ ਸਾਨੂੰ ਕ੍ਰਾਈਸਿਸ ਵਿੱਚ ਦਿਖਾਉਂਦਾ। ਉਹ ਇਹ ਦੱਸਦਾ ਕਿ ਪੰਜਾਬ ਖੁਸ਼ਹਾਲ ਨਹੀਂ ਹੈਗਾ। ਪੰਜਾਬ ਦਾ ਮਿਊਜ਼ਿਕ ਤਾਂ ਸਾਰੀ ਦੁਨੀਆ 'ਚ ਵੱਜਦਾ, ਪੰਜਾਬ ਦੀ ਬੱਲੇ ਬੱਲੇ ਹੁੰਦੀ ਹੈ, ਪੰਜਾਬ ਦਾ ਫੂਡ ਸਾਰੇ ਪਾਸੇ ਚੱਲਦਾ, ਅਸੀਂ ਪੰਜਾਬ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ। ਪੰਜਾਬ ਦਾ ਹਾਲੇ ਤੱਕ ਵੀ ਇਕੱਲਾ ਜੇ ਇੱਧਰਲੇ ਪੰਜਾਬ ਦੇ ਨਹੀਂ, ਜਿਹੜਾ ਪਾਕਿਸਤਾਨ ਵਾਲੇ ਪਾਸੇ ਹੈ, ਪੰਜਾਬ ਦੀ ਚੌਧਰ ਜਿਹੜੀ ਹੈ ਉਹਦੀ ਮਿਸਾਲ ਦਿੱਤੀ ਜਾਏ। ਹੁਣ ਤਾਂ ਇੱਕ ਕੈਨੇਡਾ ਔਰ USA 'ਚ ਵੀ ਪੰਜਾਬ ਵਸਦਾ। ਹੁਣ ਜਿਹੜੀ ਪੰਜਾਬੀ ਕਮਿਊਨਿਟੀ ਆ, ਜਿਹੜੀ ਗਲੋਬਲਾਈਜ਼ ਹੋ ਰਹੀ ਹੈ, ਉਹ ਕ੍ਰਾਈਸਿਸ 'ਚ ਕਿਵੇਂ ਹੋਊਗੀ? ਉਹਦੀ ਡਾਇਨਾਮਿਜ਼ਮ ਹੈ, ਜਿਹਨੂੰ ਡਾਇਨਾਮਿਜ਼ਮ ਨੂੰ ਕਈ ਲੋਕਾਂ ਨੂੰ ਸਮਝ ਨਹੀਂ ਆਉਂਦੀ, ਉਹਨੂੰ ਕ੍ਰਾਈਸਿਸ ਦੱਸੀ ਜਾਂਦੇ ਨੇ। ਉਹਦੇ ਵਿੱਚ ਜਦੋਂ ਤੁਸੀਂ ਆਈ ਥਿੰਕ ਜਦੋਂ ਚੇਂਜ ਲਿਆਉਣ ਦੀ ਕੋਸ਼ਿਸ਼ ਕਰਦੇ ਹੋ, ਉਹਦੇ 'ਚ ਕਈ ਅਪਸ ਐਂਡ ਡਾਊਨਸ ਆਉਂਦੇ ਨੇ। ਮੈਂ ਇਹ ਨਹੀਂ ਕਹਿੰਦਾ ਕੋਈ ਥੱਲੇ ਨਹੀਂ ਜਾਂਦਾ, ਪੰਜਾਬ ਬਾਉਂਸ ਕਰਦਾ ਹਮੇਸ਼ਾ। ਜਦੋਂ ਜਿਹੜਾ ਸਭ ਤੋਂ ਵੱਡਾ ਕ੍ਰਾਈਸਿਸ ਸੀਗਾ ਜੀ, ਜਦੋਂ ਪੰਜਾਬ ਦੇ ਵਿੱਚ ਅੱਤਵਾਦ ਦਾ ਮਾਹੌਲ ਸੀ, ਉਹ ਸਭ ਤੋਂ ਵੱਡਾ ਕ੍ਰਾਈਸਿਸ ਸੀਗਾ। ਪੰਜਾਬ ਦੇ ਕੁਝ ਸੈਕਸ਼ਨਸ ਕ੍ਰਾਈਸਿਸ 'ਚ ਕਹਿ ਸਕਦੇ ਹੋ ਜੀ। ਜਿਹੜੀ ਖੜੋਤ ਹੈ, ਜਿਹੜੀ ਖੇਤੀ ਦੀ ਖੜੋਤ ਹੈ, ਐਗਰੀਕਲਚਰ 'ਚ ਜਿਹੜੀ ਸਟੈਗਨੇਸ਼ਨ ਹੈ, ਉਹ ਕ੍ਰਾਈਸਿਸ ਤੁਸੀਂ ਕਹਿ ਸਕਦੇ ਹੋ। ਐਗਰੀਕਲਚਰ ਕ੍ਰਾਈਸਿਸ ਹੈ, ਇਕਨੋਮਿਕ ਕ੍ਰਾਈਸਿਸ ਹੈ। ਇਕਨੋਮਿਕ ਤਾਂ ਸਾਰੇ ਪਾਸੇ ਦੁਨੀਆ 'ਚ ਹੁਣ ਇਸ ਵੇਲੇ ਇਕਨੋਮਿਕ ਕ੍ਰਾਈਸਿਸ ਦੇ ਵਿੱਚ ਹੈ। ਪੰਜਾਬ ਆਈਲੈਂਡ ਤਾਂ ਰਹੂਗਾ ਨਹੀਂ। ਜਿਹੜੀਆਂ ਪਾਲਿਸੀਜ਼ ਜਿਹੜੀਆਂ ਤੁਸੀਂ ਦੁਨੀਆ ਤੇ ਲੈ ਕੇ ਆਂਦੀਆਂ ਨੇ, ਆ ਜਿਹੜੀਆਂ ਜਿਹੜੀਆਂ ਲਿਬਰਲ ਪਾਲਿਸੀਜ਼ ਨੇ, ਜਿਹਦੇ ਵਿੱਚੋਂ WTO, IMF, ਵਰਲਡ ਬੈਂਕ ਔਰ ਇਹੋ ਜਿਹੀਆਂ ਇੰਸਟੀਟਿਊਸ਼ਨਸ ਪੈਦਾ, ਔਰ ਜਿਹਦੇ 'ਚ ਮਾਰਕੀਟ ਫੋਰਸਿਸ ਦਾ ਤੁਸੀਂ ਬੋਲਬਾਲਾ ਅਲਾਓ ਕੀਤਾ, ਕਾਰਪੋਰੇਟ ਕਲਚਰ ਨੂੰ ਅਲਾਓ ਕੀਤਾ, ਉਹਦੇ ਵਿੱਚ ਜਿਹੜੇ ਪਾੜਾ ਜਿਹੜਾ ਹੈ ਇਕਨੋਮਿਕ ਪਾੜਾ ਉਹ ਵੱਧ ਰਿਹਾ। ਉਹ ਤਾਂ ਸਾਰੀ ਦੁਨੀਆ 'ਚ ਹੈ। ਪੰਜਾਬ ਉਹਦੇ 'ਚੋਂ ਅਲੱਗ ਤਾਂ ਹੈ ਨਹੀਂਗਾ, ਜਾਂ ਤਾਂ ਇੱਕ ਉਹ ਸਿਰਫ ਪੰਜਾਬ 'ਚ ਹੋ ਰਿਹਾ, ਇਹ ਸਾਰੀ ਦੁਨੀਆ 'ਚ ਹੈ। ਨਹੀਂ, ਫਿਰ ਪੰਜਾਬ ਨੂੰ ਅਸੀਂ ਆਈਸੋਲੇਸ਼ਨ 'ਚ ਨਾ ਦੇਖੀਏ? ਨਹੀਂ, ਬਿਲਕੁਲ ਨਹੀਂ ਦੇਖਣਾ ਚਾਹੀਦਾ। ਪੰਜਾਬ, ਮੈਂ ਤਾਂ ਪਹਿਲਾਂ ਕਹਿ ਰਿਹਾ, ਪੰਜਾਬ ਇੱਕ ਪੰਜਾਬੀ ਗਲੋਬਲਾਈਜ਼ਡ ਕਮਿਊਨਿਟੀ ਹੈ। ਹੁਣ ਤਾਂ ਮੈਨੂੰ ਇਹ ਦੱਸੋ ਜੀ, ਅਸੀਂ ਪਿਛਲਾ ਜਿਹੜਾ ਅੰਦੋਲਨ, ਕਿਸਾਨੀ ਅੰਦੋਲਨ ਸੀਗਾ, ਉਹਦੇ ਵਿੱਚ ਕਿਸਾਨੀ ਅੰਦੋਲਨ, ਮੈਨੂੰ ਇਹ ਦੱਸੋ ਕਿਤੇ ਐਗਜ਼ਾਮਪਲ ਹੈਗੀ ਆ ਕਿਸੇ ਦੁਨੀਆ ਦੇ ਵਿੱਚ ਕਿ 150 ਦੇਸ਼ਾਂ ਦੀ ਵਿੱਚ ਉਹਨਾਂ ਦੀਆਂ ਸਰਕਾਰਾਂ ਦੀ ਜਿਹੜੀ ਹੈਗੀ ਆ ਦਹਲੀਜ਼ ਦੇ ਉੱਤੇ ਪੰਜਾਬੀ ਆਪਣੇ ਕਿਸਾਨੀ ਅੰਦੋਲਨ ਦੇ ਝੰਡੇ ਲਹਿਰਾ ਰਹੇ ਹੋਣ? ਇੰਨੀ ਗਲੋਬਲਾਈਜ਼ਡ ਕਮਿਊਨਿਟੀ ਹੋਵੇ, ਉਹ ਕ੍ਰਾਈਸਿਸ ਦੇ ਵਿੱਚ ਨਹੀਂ ਆਊ। ਤੁਸੀਂ ਬਹੁਤ ਇਹਨੂੰ ਤਰੀਕੇ ਨਾਲ ਦੱਸਦੇ ਪਏ ਹੋ ਕਿ ਗਲੋਬਲਾਈਜ਼ਡ ਕਮਿਊਨਿਟੀ ਹੈ ਸਾਡੀ। ਹਾਂਜੀ, ਪਰ ਸਾਡੇ ਸਾਹਮਣੇ ਇਹ ਸਵਾਲ ਖੜਾ ਕੀਤਾ ਜਾਂਦਾ ਕਿ ਇੱਥੋਂ ਜਿਹੜਾ ਪ੍ਰਵਾਸ ਹੋ ਰਿਹਾ ਉਹ ਸਾਡੇ ਲਈ ਕ੍ਰਾਈਸਿਸ ਹੈ। ਤੁਸੀਂ ਕਹਿ ਰਹੇ ਹੋ ਗਲੋਬਲਾਈਜ਼ਡ ਹੋ ਰਹੇ ਸੀ। ਅੱਜ ਕੱਲ੍ਹ ਦੀ ਪ੍ਰਵਾਸ ਦੀ ਗੱਲ ਕਰਦੇ ਜੀ। ਜੇ ਪ੍ਰਵਾਸ ਪੰਜਾਬੀ ਨਾ ਕਰਦੇ ਤਾਂ ਕਰਤਾਰ ਸਿੰਘ ਸਰਾਭਾ ਕਿੱਥੋਂ ਲੈ ਕੇ ਆਉਣਾ ਸੀ? ਅਸੀਂ ਗਦਰ ਮੂਵਮੈਂਟ ਕਿੱਥੋਂ ਲੈ ਕੇ ਆਉਣੀ ਸੀ? ਜਿਹੜੀ ਦੇਖੋ, ਗਲੋਬਲਾਈਜੇਸ਼ਨ ਦੋ ਵਾਰੀ ਪਿਛਲੇ 100 ਸਾਲਾਂ 'ਚ ਹੋਈ। ਪਿਛਲੀ ਗਲੋਬਲਾਈਜੇਸ਼ਨ ਜਦੋਂ ਹੋਈ, ਉਹ ਜਿਹੜੀ 20th ਸੈਂਚੁਰੀ ਦੇ ਸ਼ੁਰੂਆਤ ਦੇ ਵਿੱਚ ਹੋਈ, ਔਰ ਯੂਨੀਅਨ ਜੈਕ ਜਿਹੜੀ ਹੈਗੀ ਆ ਬ੍ਰਿਟਿਸ਼ ਸਾਮਰਾਜ ਦੇ ਥੱਲੇ ਹੋਈ। ਉਦੋਂ ਅਸੀਂ ਉਹਨੂੰ ਡਿਫੀਟ ਕੀਤਾ, ਪੰਜਾਬੀਆਂ ਨੇ ਡਿਫੀਟ ਕੀਤਾ, ਬਹੁਤ ਵੱਡੇ ਤਰੀਕੇ ਦੇ ਨਾਲ ਕੁਰਬਾਨੀਆਂ ਦਿੱਤੀਆਂ, ਸਭ ਕੁਝ ਕੀਤਾ। ਔਰ ਉਦੋਂ ਵੀ ਪ੍ਰਵਾਸ ਹੋਇਆ। ਕਾਮਾਗਾਟਾ ਮਾਰੂ ਦੀ ਗੱਲ ਜੇ ਕਰਦੇ ਆ, ਉਹ ਪ੍ਰਵਾਸ ਦੀ ਹੀ ਗੱਲ ਸੀ। ਉਦੋਂ ਪੰਜਾਬੀ ਬਾਹਰ ਜਾ ਕੇ, ਪੰਜਾਬੀ ਤਾਂ ਹਮੇਸ਼ਾ ਪ੍ਰਵਾਸ ਕਰਦਾ। ਨਹੀਂ, ਤੁਸੀਂ ਇਸ ਤੇ ਬਿਲੀਵ ਕਰਦੇ ਹੋ ਕਿ ਉਜੜ ਜਾਓ ਫਿਰ ਪੰਜਾਬ ਵਸਦਾ, ਫਿਰ ਪੰਜਾਬ? ਹਾਂਜੀ, ਸਾਨੂੰ ਤਾਂ ਗੁਰੂ ਨਾਨਕ ਨੇ ਕਿਹਾ ਇਹ ਜਿਹੜੇ ਚੰਗੇ ਲੋਕ ਨੇ ਉਹਨਾਂ ਨੂੰ ਉਜੜ ਜਾਣਾ ਚਾਹੀਦਾ। ਜਾਂ ਫਿਰ ਜੇ ਇਹਦਾ ਮਤਲਬ ਇਹ ਹੋਇਆ ਕਿ ਜੇ ਗੁਰੂ ਨਾਨਕ ਦੀ ਸਾਡੇ ਤੇ ਬਖਸ਼ੀਸ਼ ਹੈ, ਤੇ ਇਹਦਾ ਮਤਲਬ ਜਿਹੜੇ ਉਜੜ ਰਹੇ ਨੇ ਉਹ ਚੰਗੇ ਲੋਕ ਨੇ। ਮੈਂ ਇਹ ਗੱਲ ਕਰਦਾ ਜੀ ਕਿ ਜੇ ਤੁਸੀਂ ਮਾਈਗ੍ਰੇਸ਼ਨ, ਦੂਸਰੇ ਥਾਂ ਤੇ ਜਾ ਕੇ ਕੰਮ ਕਰਨਾ, ਬਹੁਤ ਸਾਰੇ ਲੋਕੀ ਇੱਕ ਉਹਨੂੰ ਇਹ ਕਹਿੰਦੇ ਜੀ ਅਸੀਂ ਧੱਕੇ ਮਾਰ ਕੇ ਜੀ ਗੋਰਿਆਂ ਨੂੰ ਕੱਢਿਆ ਸੀਗਾ ਜੀ, ਹੁਣ ਗੋਰਿਆਂ ਦੀ ਗੁਲਾਮੀ ਕਰਨ ਜਾਂਦੇ। ਅਸੀਂ ਗੋਰਿਆਂ ਨੂੰ ਨਹੀਂ ਸੀ ਕੱਢਿਆ, ਅਸੀਂ ਇੱਕ ਗਲੋਬਲਾਈਜ਼ਡ ਇਕੋਨਮੀ ਹਰਾਈ ਸੀ। ਗਲੋਬਲਾਈਜੇਸ਼ਨ ਸਾਨੂੰ ਫੇਰ ਲਿਆ ਕੇ ਸਾਡੇ ਮੱਥੇ ਮੜਤੀ। ਔਰ ਫਿਰ ਮੈਨੂੰ ਖੁਸ਼ੀ ਦੀ ਗੱਲ ਹੈ ਕਿ ਪੰਜਾਬੀਆਂ ਨੇ ਦੁਨੀਆ ਦੇ ਵਿੱਚ ਇਸ ਗਲੋਬਲਾਈਜੇਸ਼ਨ, ਜਿਹੜੀ ਹੁਣ ਮੌਜੂਦਾ ਗਲੋਬਲਾਈਜੇਸ਼ਨ ਹੈ, ਇਹਦੇ ਖਿਲਾਫ ਜਿਹੜਾ ਸਭ ਤੋਂ ਵੱਡਾ ਜਾਂ ਸਭ ਤੋਂ ਪਹਿਲਾ ਸੰਘਰਸ਼ ਜਿਹੜਾ ਸਕਸੈਸਫੁਲ ਹੋਇਆ, ਉਹ ਸਾਡਾ ਕਿਸਾਨੀ ਅੰਦੋਲਨ ਹੋਇਆ। ਕਿਸਾਨੀ ਅੰਦੋਲਨ ਨੇ ਇਹ ਸਿੱਧ ਕਰਕੇ ਰੱਖਤਾ ਕਿ ਜਿਹੜੀ ਗਲੋਬਲਾਈਜੇਸ਼ਨ ਦਾ ਮਾਡਲ ਸੀ, ਜਿਹਨੇ ਸਾਡੇ ਪ੍ਰਧਾਨ ਮੰਤਰੀ ਮੋਦੀ ਜਿਨ੍ਹਾਂ ਦਾ 56 ਇੰਚ ਜਦ ਸੀਨਾ ਕਹਿੰਦੇ ਸੀ, ਉਹ ਫੈਸਲੇ ਨਹੀਂ ਸੀ ਵਾਪਸ ਲੈਂਦੇ, ਉਹਨਾਂ ਦੇ ਮਗਰ ਖੜੇ ਸੀ, ਉਸ ਨੂੰ ਵੀ ਝੁਕਾ ਲਿਆ ਇੱਕ ਸ਼ਾਂਤਮਈ ਤਰੀਕੇ ਦੇ ਨਾਲ। ਹੁਣ ਉਹੀ ਇਹ ਜਿਹੜੀ ਗਲੋਬਲਾਈਜ਼ਡ ਇਕੋਨਮੀ ਆ, ਹੁਣ ਤੁਸੀਂ ਇਹ ਦੇਖੋ, ਇੰਨਾ ਫਰਕ ਪੈਂਦਾ ਕਿ ਸਾਡੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ WTO ਦੇ ਖਿਲਾਫ ਬਿਆਨ ਦੇਣੇ ਪਏ ਪਿਛਲੇ। ਤੁਸੀਂ ਦੇਖੋ ਜੀ, ਉਹਨਾਂ ਨੇ ਕਿਹਾ WTO ਦੀ ਜਿਹੜੀ ਰਜੀਮ ਹੈ, ਉਹ ਜਦੋਂ ਤੁਸੀਂ ਜਿਸ ਤਰ੍ਹਾਂ ਕੋਵਿਡ ਸੀਗਾ, ਉਹਦੇ ਵਿੱਚ ਸਾਨੂੰ ਜਿਹੜੇ ਜ਼ਰੂਰਤਮੰਦ ਦੇਸ਼ ਸੀਗੇ, ਸਪੈਸ਼ਲੀ ਅਫਰੀਕਾ ਜਾਂ ਲੈਟਨ ਅਮਰੀਕਾ, ਉੱਥੇ ਸਾਨੂੰ ਹੈਲਪ ਪਹੁੰਚਾਉਣ ਦੇ ਵਿੱਚ ਉਹਦੇ ਵਿੱਚ ਰੋੜਾ ਬਣੀ WTO। ਮਾਰਕੀਟ ਫੋਰਸਿਸ ਬੇਸਿਕਲੀ ਜਿਹੜੀਆਂ ਹੈਗੀਆਂ ਮੰਡੀ ਦੀਆਂ ਤਾਕਤਾਂ ਨੇ, ਉਹਦੇ ਖਿਲਾਫ ਉਹ ਵੀ ਬੋਲੇ
ਤੁਸੀਂ ਦੇਖੋ ਇੱਕ ਮਾਹੌਲ ਸਿਰਜਿਆ ਜਾ ਰਿਹਾ, ਜਿਹੜੀਆਂ ਮਹੀਨ ਲਾਈਨਾਂ, ਮਾਈਨਿਊਟ ਜਿਹੜੀਆਂ ਟੈਂਡੈਂਸੀਜ਼ ਹੁੰਦੀਆਂ ਉਹ ਨਜ਼ਰ ਆਉਂਦੀਆਂ। ਵੇਵ ਤਾਂ ਕਈਆਂ ਨੂੰ ਨਜ਼ਰ ਆਉਂਦੀ ਹੈ, ਜਿਹੜਾ ਅੰਡਰ ਕਰੰਟ ਆ ਉਹ ਨਜ਼ਰ ਨਹੀਂ ਆਉਂਦਾ। ਪੰਜਾਬ 'ਚ ਅੰਡਰ ਕਰੰਟ ਹੈ, ਪੰਜਾਬ 'ਚ ਇਹਦਾ ਬਿਲਕੁਲ ਅੰਡਰ ਕਰੰਟ ਹੈ। ਜਿਹੜੀਆਂ WTO ਫੋਰਸਿਸ ਨੇ ਜਾਂ ਇਹ ਸਾਰੇ ਦਾ ਸਾਰਾ ਇਸੇ ਕਰਕੇ ਜਿਹੜੀਆਂ ਇਹ ਮੰਡੀ ਦੀਆਂ ਤਾਕਤਾਂ ਨੂੰ ਜਿਹੜੀਆਂ ਸਪੋਰਟ ਕਰ ਰਹੀਆਂ ਪੋਲੀਟੀਕਲ ਪਾਰਟੀ ਸੀ, ਉਹ ਹਾਸ਼ੀਏ ਤੇ ਚਲੀ ਗਈ ਹੈ। ਤੁਸੀਂ ਇਹ ਦੇਖੋ ਜਿਹੜੀ ਕਾਂਗਰਸ ਹੈ ਉਹ ਕਿਉਂ ਹਾਸ਼ੀਏ ਤੇ ਜਾ ਰਹੀ। ਕਾਂਗਰਸ ਨੇ ਹੀ ਡਾਕਟਰ ਮਨਮੋਹਨ ਸਿੰਘ ਨੂੰ ਅਸੀਂ ਬਹੁਤ ਸਾਰਾ ਬਈ ਇੱਕ ਬਹੁਤ ਵੱਡਾ ਅਰਥ ਸ਼ਾਸਤਰੀ ਦੀ ਤਰ੍ਹਾਂ ਪ੍ਰੈਜ਼ੈਂਟ ਕਰਦੇ ਹਾਂ। ਠੀਕ ਹੈ ਜੀ, ਉਹਨਾਂ ਦੀ ਦੇਣ ਵੀ ਹੈਗੀ ਹੈ, ਕਈ ਲੈਵਲ ਦੇ ਉੱਤੇ ਹੈਗੀ ਹੈ, ਪਰ ਉਹਨਾਂ ਨੇ ਆਹ ਜਿਹੜੀ ਬਿਲਕੁਲ ਜਿਹਨੂੰ ਮੈਂ ਅਨਬ੍ਰਿਡਲਡ ਕੈਪੀਟਲਿਜ਼ਮ ਔਰ ਬਹੁਤ ਬਰੂਟਲ ਫਾਰਮ ਆਫ ਮਾਰਕੀਟ ਫੋਰਸਿਸ ਉਹਨੂੰ ਹਿੰਦੁਸਤਾਨ ਤੇ ਅਲਾਓ ਕੀਤਾ, ਔਰ ਕਾਂਗਰਸ ਦਾ ਇਹ ਹਾਲ ਹੋ ਗਿਆ। ਹੁਣ ਇਹੀ ਹਾਲ ਜਿਹੜੀ ਹੈਗੀ ਆ ਅਨਰੈਸਟ ਜਿਹੜਾ ਹਿੰਦੁਸਤਾਨ ਦੇ ਵਿੱਚ ਤੁਹਾਨੂੰ ਨਜ਼ਰ ਆਉਂਦਾ, ਕਿਉਂਕਿ ਬੀਜੇਪੀ ਵੀ ਉਹੀ ਪਾਲਿਸੀਜ਼ ਨੂੰ ਇੰਪਲੀਮੈਂਟ ਤੁਸੀਂ ਇਕੱਲੇ ਕਾਂਗਰਸ ਦੀ ਗੱਲ ਕੀਤੀ ਹੈ, ਨਾਲ ਤੁਸੀਂ ਬੀਜੇਪੀ ਦਾ ਹੁਣ ਜਿਹੜਾ ਜ਼ਿਕਰ ਕਰਦੇ ਪਏ ਹੋ। ਮੈਨੂੰ ਇਹ ਸਮਝਿਆ ਕਿ ਕਾਂਗਰਸ ਦੇ ਵਿੱਚ ਕ੍ਰਾਈਸਿਸ ਹੈਗਾ ਜਾਂ ਦੇਸ਼ ਦੇ ਵਿੱਚ ਪੋਲੀਟੀਕਲ ਕ੍ਰਾਈਸਿਸ ਹੈ। ਮੈਂ ਕ੍ਰਾਈਸਿਸ ਇਕੱਲੇ ਨਹੀਂ, ਇੱਕ ਚਰਨਿੰਗ ਪ੍ਰੋਸੈਸ ਹੈ। ਦੇਸ਼ ਜਿਹੜਾ ਜਦੋਂ ਵੀ ਕੋਈ ਸਿਆਸਤ ਹੁੰਦੀ ਹੈ, ਕੋਈ ਵੀ ਸਿਆਸਤ ਹੋ ਉਹ ਚਰਨ ਕਰੂਗੀ। ਕਾਰਲ ਮਾਰਕਸ ਦੀ ਇੱਕ ਕੋਟੇਸ਼ਨ ਆ ਵੀ ਐਵਰੀ ਥੀਸਿਸ ਵਿਲ ਹੈਵ ਐਨ ਐਂਟੀ ਥੀਸਿਸ, ਔਰ ਫਿਰ ਜਦੋਂ ਥੀਸਿਸ ਔਰ ਐਂਟੀ ਥੀਸਿਸ ਦਾ ਸਿੰਥੇਸਿਸ ਹੋਏਗਾ, ਉਸ ਦਾ ਇੱਕ ਉਹਨੂੰ ਥੀਸਿਸ ਮੰਨਿਆ ਜਾਊਗਾ, ਉਸ ਦਾ ਫਿਰ ਇੱਕ ਐਂਟੀ ਥੀਸਿਸ ਪੈਦਾ ਹੋਊਗਾ। ਸੋ ਇਹ ਪ੍ਰੋਸੈਸ ਉਦੋਂ ਤੱਕ ਚੱਲਦਾ ਜਦੋਂ ਤੱਕ ਜਿਹੜਾ ਸਮਾਜ ਹੈ ਉਹ ਪ੍ਰੋਪਰ ਵਿਕਸਿਤ ਨਹੀਂ ਹੋ ਜਾਂਦਾ। ਅਸੀਂ ਚੇਂਜ ਦੇ ਦੌਰ ਵਿੱਚੋਂ ਲੰਘ ਰਹੇ ਹਾਂ। ਬਿਲਕੁਲ, ਬਹੁਤ ਜਿਹੜਾ ਹੈਗਾ ਅਸੀਂ ਬਹੁਤ ਹੀ ਟਰਬੂਲੈਂਟ ਚੇਂਜ ਦੇ ਵਿੱਚ। ਇੱਕ ਤੁਸੀਂ ਹੋਰ ਗੱਲ ਕਹਿੰਦੇ ਹੁੰਦੇ ਹੋ ਪੰਦੇਰ ਸਾਹਿਬ ਕਿ ਜਦੋਂ ਕਿਸੇ ਦੋਸਤ ਨੂੰ ਦੁਸ਼ਮਣ ਬਣਾਉਣਾ ਹੋਵੇ ਤਾਂ ਉਹਦੇ ਨਾਲ ਪੋਲੀਟੀਕਲ ਬਹਿਸ ਛੇੜ ਲਓ। ਬਿਲਕੁਲ, ਹਾਂਜੀ, ਔਰ ਖਾਸ ਤੌਰ ਤੇ ਧਰਮ ਦੇ ਮਾਮਲੇ ਦੇ ਉੱਤੇ ਜੇ ਛੇੜ ਲਓ ਤਾਂ ਉਦੋਂ ਵੀ ਵਧੀਆ, ਫਿਰ ਤਾਂ ਸ਼ਾਇਦ ਗੋਲੀ ਵੀ, ਅੱਜ ਕੱਲ੍ਹ ਤਾਂ ਗੋਲੀ ਵੀ ਵੱਜ ਸਕਦੀ ਹੈ। ਮੈਂ ਤਾਂ ਸੋਚ ਰਿਹਾ ਕਿ ਤੁਹਾਡੇ ਨਾਲ ਮੇਰਾ ਬੜੇ ਸਾਲਾਂ ਦਾ ਰਿਸ਼ਤਾ ਹੈ, ਮੈਂ ਪੋਲੀਟੀਕਲ ਤੁਹਾਡੇ ਨਾਲ ਬਹਿਸ ਕਰ ਰਿਹਾ। ਨਹੀਂ, ਆਪਾਂ ਨੂੰ ਐਨਾਲਾਈਜ਼ ਕਰ ਰਹੇ ਹਾਂ, ਬਹਿਸ ਨਹੀਂ ਕਰ ਰਹੇ। ਆਪਣਾ ਇਹ ਨਹੀਂ ਹੈ ਕਿ ਤੁਸੀਂ ਮੈਨੂੰ ਗਲਤ ਸਿੱਧ ਕਰਨਾ ਜਾਂ ਮੈਂ ਤੁਹਾਨੂੰ ਗਲਤ ਸਿੱਧ ਕਰਨਾ। ਆਪਾਂ ਸ਼ਾਇਦ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਦੱਸ ਰਹੇ ਹਾਂ ਵੀ ਇੱਕ ਸਿਚੁਏਸ਼ਨ ਹੈ ਜਿਹੜੀ ਸਾਹਮਣੇ, ਉਹਦਾ ਇੱਕ ਆਲਟਰਨੇਟ ਵਿਊ ਪੁਆਇੰਟ ਕੀ ਹੈ। ਜਿਹੜੀ ਜਮਹੂਰੀਅਤ ਹੈ, ਹਾਂਜੀ, ਜਮਹੂਰੀਅਤ ਕੀ ਹੈ ਜੀ, ਉਹਦੇ ਵਿੱਚ ਤੁਸੀਂ ਸਪੇਸ ਦੇਣੀ ਆ ਕਿ ਇੱਕ ਆਲਟਰਨੇਟ ਵਿਊ ਪੁਆਇੰਟ ਹੈ, ਉਹਨੂੰ ਅਸੀਂ ਮੰਨਣਾ ਜ਼ਰੂਰੀ ਨਹੀਂ ਹੈ, ਪਰ ਉਹਨੂੰ ਕੰਸੀਡਰ ਕਰਨਾ ਜ਼ਰੂਰੀ ਹੈ। ਕੰਸੀਡਰ ਕਰਨਾ ਜ਼ਰੂਰੀ ਹੈ। ਤੁਸੀਂ ਬਹੁਤ ਚਿਰਾਂ ਬਾਅਦ ਇੱਕ ਇਹੋ ਜਿਹਾ ਮਹਿਮਾਨ ਮੇਰੇ ਕੋਲ ਸਟੂਡੀਓ 'ਚ ਬੈਠਾ ਜਿਹੜਾ ਇਹ ਕਹਿ ਰਿਹਾ ਕਿ ਪੰਜਾਬ ਦੀ ਅਣਖ ਹਜੇ ਮਰੀ ਨਹੀਂ। ਬਿਲਕੁਲ, ਨਾ ਮਰੀ ਹੈ ਨਾ ਮਰਨੀ ਹੈ। ਬਹੁਤ ਸਾਰੇ ਦੇਖੋ ਜੀ, ਪੰਜਾਬ ਨੂੰ ਕਿੰਨਾ ਬਦਨਾਮ ਕੀਤਾ ਬਈ ਜੀ, ਇਹ ਖਾਲਿਸਤਾਨੀ ਨੇ ਜੀ, ਇਹ ਟੈਰਰਿਸਟ ਨੇ, ਇਹ ਨੈਕਸਲਾਈਟ ਨੇ, ਇਹ ਫਲਾਨੇ ਨੇ, ਤਿਮਕੜੇ ਨੇ, ਨਸ਼ੇੜੀ ਨੇ, ਭਗੌੜੇ ਨੇ, ਕਈ ਕੁਝ ਕਰਕੇ ਕੀਤਾ। ਦਿੱਲੀ ਦੀਆਂ ਬਰੂਹਾਂ ਤੇ ਅੰਦੋਲਨ ਕਰਕੇ ਪੰਜਾਬੀਆਂ ਨੇ ਸਿੱਧ ਕਰਕੇ ਦਿਖਾਤਾ ਕਿ ਅਸੀਂ ਜਦੋਂ ਅੜਾਂਗੇ, ਅੱਡੀਆਂ ਗੱਡ ਕੇ ਖੜੇ ਹੋ ਜਾਾਂਗੇ, ਜਦੋਂ ਝੰਡੇ ਗੱਡਾਂਗੇ ਤਾਂ ਅਸੀਂ ਲੜਨ ਦੇ ਵਿੱਚ ਅਸੀਂ ਇੰਨੀ ਸਾਡੀ ਕਪੈਸਿਟੀ ਹੈ ਕਿ ਅਸੀਂ ਜਿਹੜੀ ਇੱਕ ਐਡਾ ਮਜ਼ਬੂਤ ਲੀਡਰ ਜਿਹਦੇ ਮਗਰ ਮਾਰਕੀਟ ਫੋਰਸਿਸ ਦੁਨੀਆ ਦੀਆਂ ਖੜੀਆਂ ਹੋਣ, ਅਸੀਂ ਉਹਨੂੰ ਵੀ ਚੁਕਾ ਸਕਦੇ ਹਾਂ। ਸੋ ਇੱਥੇ ਅਣਖ ਕਿੱਥੋਂ ਗਈ ਜੀ? ਚਲੋ ਇੱਕ ਛੋਟਾ ਜਿਹਾ ਵਕਫਾ ਲਵਾਂਗਾ। ਬਹੁਤ ਚਿਰਾਂ ਬਾਅਦ ਇੱਕ ਪੋਜ਼ਿਟਿਵ ਵਿਊ ਪੁਆਇੰਟ ਮੇਰੇ ਅੱਗੇ ਪਿਆ ਤੇ ਅੱਜ ਮੈਨੂੰ ਲੱਗਦਾ ਪਿਆ ਕਿ ਪੰਜਾਬ ਦੀ ਅਣਖ ਹੈ ਜਿਹੜੀ ਉਹ ਜਿੰਦਾ ਤੇ ਪੰਜਾਬੀਓ ਤੁਸੀਂ ਹਾਰਨਾ ਨਹੀਂ ਗਾ। ਇਹ ਲੜਾਈ ਬੜੀ ਲੰਬੀ ਹੈ ਕੀ ਹੈ। ਕ੍ਰਾਈਸਿਸ ਬਹੁਤ ਸਾਰੇ ਹੈਗੇ, ਹਾਲਾਂਕਿ ਪੰਦੇਰ ਸਾਹਿਬ ਕਹਿੰਦੇ ਮੈਨੂੰ ਕ੍ਰਾਈਸਿਸ ਨਹੀਂ ਮੰਨਦਾਗਾ, ਪਰ ਜਿਹੜੇ ਵੀ ਮੰਨਦੇ ਪਏ ਹੈ ਕਿ ਉਹ ਪੰਦੇਰ ਸਾਹਿਬ ਨੂੰ ਜ਼ਰੂਰ ਸੁਣਨ। ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਸਰਬਜੀਤ ਪੰਦੇਰ ਬਹੁਤ ਤਜਰਬੇਕਾਰ ਪੱਤਰਕਾਰ ਇਸ ਵਕਤ ਸਾਡੇ ਨਾਲ ਮੌਜੂਦ ਹੈਗੇ, ਜਿਨ੍ਹਾਂ ਨੇ ਕਾਲਾ ਦੌਰ ਦੇਖਿਆ ਪੰਜਾਬ ਦੇ ਵਿੱਚ, ਟੈਰਰਿਜ਼ਮ ਦਾ ਦੌਰ ਦੇਖਿਆ, ਇਸ ਕਰਕੇ ਇਹਨਾਂ ਨੂੰ ਸੱਦਿਆ। ਪੰਦੇਰ ਸਾਹਿਬ, ਉਸ ਦੌਰ ਦੇ ਵਿੱਚੋਂ ਅਸੀਂ ਬਾਹਰ ਕਿਵੇਂ ਨਿਕਲਾਂਗੇ? ਕਿਉਂਕਿ ਸਾਡੇ ਅੱਗੇ ਸਵਾਲ ਇਹ ਖੜਾ ਹੈ ਕਿ ਉਸ ਦੌਰ ਦੇ ਵਿੱਚ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ, ਉਸ ਦੀ ਭਰਪਾਈ ਕੋਈ ਵੀ ਸਰਕਾਰ ਨਹੀਂ ਕਰ ਸਕੀ, ਨਾ ਕੋਈ ਸਿਸਟਮ ਕਰ ਸਕਿਆ। ਇਸ ਕਰਕੇ ਅੱਜ ਪੰਜਾਬ ਇਸ ਦੌਰ ਵਿੱਚ ਖੜਿਆ ਜਿੱਥੇ ਕ੍ਰਾਈਸਿਸ ਵਾਲਾ ਸਵਾਲ ਖੜਾ ਹੁੰਦਾ ਪਿਆ। ਬਹੁਤ ਫਰਕ ਹੈ ਜੀ। ਪੰਜਾਬ ਤਾਂ ਹਲੇ 1947 ਦਾ ਵੀ ਜਿਹੜਾ ਨੁਕਸਾਨ ਆ ਉਹ ਵੀ ਨਹੀਂ ਪੂਰਾ ਕਰ ਸਕਿਆ, ਕਿਉਂਕਿ ਜਦੋਂ ਤੁਸੀਂ ਇੱਕ ਪੋਲੀਟੀਕਲ ਡਾਇਨਾਮਿਜ਼ਮ ਦਾ ਰਸਤਾ ਇਖਤਿਆਰ ਕਰਦੇ ਹੋ ਵੀ ਅਸੀਂ ਹਮੇਸ਼ਾ ਹੀ ਜਿਹੜਾ ਬਦਲਾਅ ਹੀ ਕਰਨਾ ਹੈ, ਅਸੀਂ ਸਟੇਟਸ ਕੋ ਜਿਹੜਾ ਪੰਜਾਬੀ ਆ ਉਹ ਸਟੇਟਸ ਕੋ ਦੇ ਨਾਲ ਖੁਸ਼ ਨਹੀਂ ਰਹਿੰਦਾ। ਤੁਸੀਂ ਇਹ ਦੇਖੋ, ਜਿਹੜੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਅਸੀਂ ਕਿੰਨੀ ਡਿਬੇਟਸ ਕੀਤੀਆਂ ਨੇ ਪਿਛਲੇ ਦਹਾਕਿਆਂ ਤੋਂ ਵੀ ਪੰਜਾਬ ਇੱਕ ਤੀਸਰੇ ਬਦਲ ਦੀ ਗੱਲ ਕਰ। ਤੀਸਰੇ ਬਦਲ ਦੇ ਲੱਭਦੇ ਕਦੇ ਕਾਂਗਰਸ ਦੀ ਸਰਕਾਰ ਬਣ ਜਾਂਦੀ ਸੀ, ਕਦੇ ਜੀ ਅਕਾਲੀ ਦਲ ਦੀ ਸਰਕਾਰ ਬਣ ਜਾਂਦੀ ਸੀ, ਪਰ ਤੀਸਰਾ ਬਦਲ ਜਿਹੜਾ ਸੀ ਉਹਦੇ ਤੁਸੀਂ ਆਪਾਂ ਜਿਹੜੀ ਪਹਿਲਾਂ ਵੀ ਗੱਲ ਕਰਦੇ ਸੀ ਨਾ, ਲੋਕੀ ਕਹਿੰਦੇ ਵੀ ਜਿਹੜੀ ਤੁਸੀਂ ਕਲੋਜ਼ਰ ਕੀਤਾ ਵੀ ਪੰਜਾਬੀ ਹਾਰਨਾ ਨਹੀਂ,
ਇੰਨੀ ਰੈਜ਼ਿਲੀਅੰਸ ਕਿਸੇ ਹੋਰ ਲੋਕਾਂ 'ਚ ਨਹੀਂ ਹੈ ਕਿ ਤੁਹਾਡੀ ਜਿਹੜਾ ਇੱਕ ਮੈਂ ਪੀਪਲਜ਼ ਏਜੰਡਾ ਗੱਲ ਕਰਦਾ ਨਾ, ਲੋਕਾਂ ਦਾ ਏਜੰਡਾ ਇਹ ਸੀ ਕਿ ਅਸੀਂ ਤੀਸਰਾ ਬਦਲ ਲੈ ਕੇ ਆਉਣਾ। ਪਰ ਗਾਹੇ ਬਗਾਹੇ ਇਲੈਕਟੋਰਲ ਪੋਲਿਟਿਕਸ ਦੀਆਂ ਡਾਇਨਾਮਿਕਸ ਫੇਰ ਉਹ ਜਿਹੀਆਂ ਮਜਬੂਰੀਆਂ ਹੋ ਜਾਂਦੀਆਂ ਨੇ, ਉਹ ਜਿਹੜੀ ਸਰਕਾਰ ਤੁਸੀਂ ਨਹੀਂ ਚਾਹੁੰਦੇ। ਹੁਣ ਇਹ ਦੇਖੋ ਜੀ 1984 ਦੇ ਵਾਸਤੇ ਜਿਹੜੀ ਪਾਰਟੀ ਜ਼ਿੰਮੇਦਾਰ ਸੀ ਉਹਨੂੰ ਹੀ ਜਿਤਾ ਰਹੇ ਆ, ਉਹਨੂੰ 3 ਵਾਰੀ ਜਿਤਾ ਲਿਆ। ਔਰ ਉਹ ਕੋਈ ਖੁਸ਼ੀ ਨਹੀਂ ਜਿਤਾ ਸਕਦੇ ਕੋਈ ਉਹਦੇ ਵਿੱਚ। ਹੁਣ ਉਹ ਸਾਰੇ ਦੇ ਵਿੱਚ ਪੰਜਾਬੀਆਂ ਨੇ ਹਿੰਮਤ ਨਹੀਂ ਹਾਰੀ, ਪੰਜਾਬੀ ਗੈਰ ਜਮਹੂਰੀਅਤ ਨਹੀਂ ਹੋਏ, ਪੰਜਾਬੀਆਂ ਦਾ ਜਿਹੜਾ ਵਿਸ਼ਵਾਸ ਸੀ ਡੈਮੋਕ੍ਰੇਸੀ 'ਚ ਬਰਕਰਾਰ ਹੀ ਰਿਹਾ। ਵੀ ਵੋਟਾਂ ਇਹ ਵੀ ਨਹੀਂ ਹੋਇਆ ਕਿ ਅਸੀਂ ਵੋਟਾਂ ਘੱਟ ਪਾਈਆਂ, ਅਸੀਂ ਹਰ ਇੱਕ ਇਲੈਕਸ਼ਨ 'ਚ ਵੱਧ ਕੇ ਵੋਟਾਂ ਪਾਉਣ ਗਏ। ਹੁਣ ਪਿਛਲੀਆਂ ਇਲੈਕਸ਼ਨਾਂ 'ਚ ਸੋਚ ਰਿਹਾ, ਔਰ ਕੋਈ ਮੁਹਿੰਮ ਨਹੀਂ ਚੱਲੀ, ਕਿਸੇ ਨੇ ਨਹੀਂ ਚਲਾਈ ਮੁਹਿੰਮ, ਕਿਸੇ ਦੇ ਖਿਲਾਫ ਨਹੀਂ ਕੋਈ ਬੋਲਿਆ, ਚੱਕ ਕੇ ਜੀ ਸਾਰੇ ਪੂੰਝ ਕੇ ਮਾਰੇ। ਔਰ ਤੁਸੀਂ ਵੀ ਕ੍ਰਿਕਟ ਖੇਡੇ ਹੋ, ਮੈਂ ਵੀ ਕ੍ਰਿਕਟ ਖੇਡਿਆ, ਕਿ ਜਦੋਂ ਬੈਟਸਮੈਨ ਜਿਹੜਾ ਹੈਗਾ ਜੀ ਗਲਤ ਸ਼ਾਟ ਪਲੇ ਕਰਦਾ, ਉਹ ਸਲਿੱਪ ਫੀਲਡਰ ਦੇ ਹੱਥ 'ਚ ਕੈਚ ਪਹੁੰਚ ਜਾਂਦਾ, ਸਲਿੱਪ ਫੀਲਡਰ ਦਾ ਉੱਥੇ ਖੜਾ ਹੀ ਹੁੰਦਾ ਨਾ ਜੀ, ਉਹਨੂੰ ਬਾਲ ਮਿਲ ਜਾਂਦੀ ਹੈ। ਸੋ ਉਹੀ ਹਾਲ ਸਾਡੀ ਆਮ ਆਦਮੀ ਪਾਰਟੀ ਦਾ ਹੋਇਆ ਜੀ, ਉਹ ਸਲਿੱਪ 'ਚ ਖੜੇ ਸੀ, ਐਨ ਵਧੀਆ ਪਹੁੰਚੀ ਬਾਲ ਜਿਹੜੀ ਸੀਗੀ ਉਹਨਾਂ ਦੇ ਕੋਲੇ। ਵੀ ਉਹ ਆਪਦੇ ਕਰਕੇ ਨਹੀਂ ਜਿੱਤੇ, ਪੰਜਾਬੀਆਂ ਨੇ ਜਿਹੜਾ ਬਦਲਾਅ ਚਾਹੀਦਾ ਸੀ ਪੰਜਾਬੀਆਂ ਨੂੰ, ਉਹਦੇ ਕਰਕੇ ਜਿੱਤੇ। ਹਾਂਜੀ, ਉਹਨਾਂ ਨੇ ਕਿਹਾ ਵੀ ਲਓ ਜੀ ਹੁਣ ਮੌਕਾ ਮਿਲ ਗਿਆ ਇਹਨਾਂ ਨੂੰ। ਵਾਕਈ ਉਹਨਾਂ ਨੇ ਪੰਜਾਬੀ ਹਵਾ ਦੇ ਨਾਲ ਨਹੀਂ ਜਾਂਦੇ, ਭੀੜ 'ਚੋਂ ਵੱਖਰੇ ਚੱਲਦੇ। ਬਿਲਕੁਲ। ਔਰ ਉਹ ਦੇਖੋ ਜੀ ਪਿਛਲੀਆਂ 2 ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ, ਸਾਰੇ ਦੇਸ਼ 'ਚ ਹਿੰਦੂਤਵਾ ਦਾ ਏਜੰਡਾ ਚੱਲਿਆ, ਔਰ ਬੀਜੇਪੀ ਨੇ ਉਸ ਦੇ ਵਿੱਚ ਵੋਟਾਂ ਪਾਈਆਂ। ਹੁਣ ਜਿਹੜੀਆਂ ਸਾਡੀਆਂ ਪਿਛਲੀਆਂ ਅਸੈਂਬਲੀ ਦੀਆਂ ਚੋਣਾਂ ਹੋਈਆਂ, ਜਦੋਂ ਦੇਸ਼ ਦੇ ਵਿੱਚ ਇੱਕ ਫਿਰਕੂ ਮਾਹੌਲ ਸਿਰਜਿਆ ਜਾ ਰਿਹਾ, ਤੁਸੀਂ ਇਹ ਦੇਖ ਰਹੇ ਹੋ ਜੀ, ਔਰ ਪੋਲਰਾਈਜੇਸ਼ਨ ਹੋ ਰਹੀ ਹੈ। ਪੰਜਾਬ ਨੇ ਕਮਾਲੇ ਕਰਕੇ ਦੱਸਤੀ, ਫਿਰ ਇੱਕ ਨਵੀਂ ਕਮਾਲ, ਜਿਹੜੇ ਸਿੱਖ ਨੇ ਉਹ ਪੰਥ ਦੇ ਨਾਂ ਤੇ ਪੰਥਕ ਧਿਰਾਂ ਨੂੰ ਵੋਟਾਂ ਨਹੀਂ ਪਾ ਰਹੇ, ਹਿੰਦੂਤਵਾ ਦੇ ਨਾਂ ਤੇ ਵੋਟਾਂ ਨਹੀਂ ਪਾ ਰਹੇ। ਜਿਹੜੇ ਦਲਿਤ ਨੇ ਉਹ ਜਿਹੜੇ ਇੰਨੇ ਸਲੋਗਨ ਆਏ, ਇੱਕ ਚੀਫ ਮਿਨਿਸਟਰ ਵੀ ਬਣਾ ਲਿਆ, ਉਹ ਕੋਈ ਕਹਿੰਦਾ ਜੀ ਅਸੀਂ ਡਿਪਟੀ CM ਵੀ ਬਣਾ ਕੇ ਦੇਵਾਂਗੇ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ। ਉਹਨਾਂ ਨੇ ਵੋਟਾਂ ਨਹੀਂ ਪਾਈਆਂ, ਉਹ ਕਹਿੰਦੇ ਨਾ ਜੀ ਤੁਸੀਂ ਮਨਜ਼ੂਰ ਨਹੀਂ। ਔਰ ਤੁਸੀਂ ਇਹ ਦੇਖੋ ਪੰਜਾਬ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਸੀਗਾ ਜੀ ਸਾਡਾ ਕਿਸਾਨੀ ਅੰਦੋਲਨ, ਔਰ ਜਿਹੜੀਆਂ ਚੋਣਾਂ ਨੇ ਇਤਿਹਾਸਿਕ ਮੀਲ ਪੱਥਰ ਨੇ। ਉਸ ਤੋਂ ਬਾਅਦ ਜਿਹੜਾ ਹੈਗਾ ਨਾਰਮਲੀ ਲੋਕੀ ਜਿਹੜੇ ਸਾਡੇ ਜਿਨ੍ਹਾਂ ਦੀ ਤੁਸੀਂ ਜ਼ਿਕਰ ਕਰਦੇ ਹੋ, ਜਿਨ੍ਹਾਂ ਨੂੰ ਕ੍ਰਾਈਸਿਸ ਨਜ਼ਰ ਆਉਂਦੇ ਆ, ਉਹ ਸਿਰਫ ਇਹੀ ਦੇਖਦੇ ਜੀ ਸਰਕਾਰ ਕਿਹਦੀ ਬਣੀ। ਸਰਕਾਰ ਮੈਂ ਉਹ ਨਹੀਂ ਦੇਖਦਾ। ਹੁਣ ਜਿਹੜੀ ਇਹ ਕਹਿੰਦੇ ਜੀ ਕਿਸਾਨੀ ਅੰਦੋਲਨ 'ਚ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਹਾਰ ਗਈਆਂ, ਪਰ ਜਿਹੜਾ ਪ੍ਰੋਸੈਸ ਆ ਉਹ ਵਿੱਚ ਉਹਨੂੰ ਮਨਫੀ ਕਰ ਦਿੰਦੇ ਆ। ਮੈਂ ਆਪਣੇ ਸਾਡੇ ਗੁਆਂਢ 'ਚ ਗੱਲ ਕਰ ਰਹੇ ਸੀ, ਔਰ ਉਹਨਾਂ ਨੇ ਮੈਨੂੰ ਇਲੈਕਸ਼ਨ ਦੇ ਬਾਅਦ 'ਚੋਂ ਆਪਣੇ ਪਿੰਡ ਜਾ ਕੇ ਆਏ। ਉਹ ਮੈਨੂੰ ਕਹਿੰਦੇ ਜੀ ਐਤਕੀ ਕੀ ਹੋਊਗਾ? ਮੈਂ ਕਿਹਾ ਜੀ ਐਤਕੀ ਕਮਾਲ ਦੀ ਗੱਲ ਹੋਊਗੀ, ਬੀਬੀਆਂ ਵੋਟਾਂ ਪਾਉਂਦੀਆਂ, ਦੇਖਿਓ ਕਿਵੇਂ ਪਾਉਂਦੀਆਂ ਵੋਟਾਂ। ਕਹਿੰਦੇ ਕੀ ਹੋਇਆ? ਮੈਂ ਕਿਹਾ ਜੀ ਜਿਹੜੀ ਕਿਸਾਨ ਅੰਦੋਲਨ ਦੇ ਵਿੱਚ ਬੀਬੀ ਉੱਥੇ 15 ਦਿਨ ਲਾਇਆ ਜੀ, ਚਾਹੇ ਲੈ ਕੇ ਤਾਂ ਉਹਨੂੰ ਭਾਂਡੇ ਮਾਂਜਣ ਵਾਸਤੇ ਗਏ ਸੀਗੇ ਜੀ, ਬਈ ਇਹ ਸਾਡੀਆਂ ਰੋਟੀਆਂ ਪਕਾ ਦਿਆ ਕਰੇ ਤੇ ਭਾਂਡੇ ਮਾਂਜ ਦਿਆ ਕਰਨ, ਬੀਬੀਆਂ ਸਾਡਾ ਲੰਗਰ ਚਲਾ ਦਿਆ ਕਰਨ। ਪਰ ਬੀਬੀਆਂ ਨੇ ਸਟੇਜ ਸੁਣੀ, ਔਰ ਸਟੇਜ ਦੇ ਉੱਤੇ ਜ਼ਰੂਰੀ ਨਹੀਂ ਸੀ ਕਿ ਸਿਰਫ ਕਿਸਾਨ ਜਥੇਬੰਦੀਆਂ ਦੇ ਲੀਡਰ ਹੀ ਬੋਲ ਰਹੇ ਸੀ, ਬਹੁਤ ਸਾਰੀ ਡਾਈਵਰਸੀਫਾਈਡ ਓਪੀਨੀਅਨ ਉੱਥੇ ਆਈ, ਔਰ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਉਹ ਗੱਲ ਆਈ। ਉੱਥੋਂ ਜਿਹੜੀ ਬੀਬੀ ਨੇ 15 ਦਿਨ ਉਹ ਭਾਸ਼ਣ ਸੁਣੇ, ਉਹ ਵਾਪਸ ਆ ਕੇ ਆਪਣੀ ਵੋਟ ਪਿਓ ਦੇ ਕਹੇ ਤੇ, ਭਰਾ ਦੇ ਕਹੇ ਤੇ, ਪਤੀ ਦੇ ਕਹੇ ਤੇ, ਮੁੰਡੇ ਦੇ, ਜਵਾਈ ਦੇ, ਕਿਸੇ ਦੇ ਕਹੇ ਤੇ ਵੋਟ ਨਹੀਂ ਸੀ ਪਾਈ ਐਤਕੀ। ਉਹਨੇ ਵੋਟ ਵੀ ਆਪਣੀ ਮਰਜ਼ੀ ਨਾਲ ਪਾਈ ਤੇ ਇਨਫਲੂਐਂਸ ਵੀ ਬਾਕੀਆਂ ਨੂੰ ਕੀਤਾ, ਔਰ ਬਹੁਤ ਸਾਰੀ ਜਿਹੜੀ ਸਾਡੀ ਐਸਟੈਬਲਿਸ਼ਡ ਵੋਟਾਂ ਸੀਗੀਆਂ ਉਹਨੂੰ ਤੋੜਿਆ ਵੀ ਉਹਨਾਂ ਨੇ। ਹੁਣ ਇਹ ਜਿਹੜੇ ਪ੍ਰੋਸੈਸਿਸ ਜਿਹੜੇ ਅੰਦਰਲੇ ਪਾਸੇ ਚੱਲਣੇ ਸ਼ੁਰੂ, ਹੁਣ ਸਾਡਾ ਯੂਥ ਹੈ ਉਹਨੂੰ ਦੇਖਣ ਨੂੰ ਅਨਾਰਕਿਸਟ ਲੱਗ ਰਿਹਾ ਬਈ ਕਿਸੇ ਪਾਸੇ, ਔਰ ਲੱਗ ਵੀ ਰਿਹਾ ਕਿਉਂਕਿ ਉਹਨਾਂ ਨੂੰ ਇੱਕ ਲੀਡਰਸ਼ਿਪ ਨਜ਼ਰ ਨਹੀਂ ਆ ਰਹੀ। ਉਹ ਕਦੇ ਇੱਕ ਵਹਿਣ ਉਹਨਾਂ ਦਾ ਇੱਕ ਪਾਸੇ ਨੂੰ ਵਗਦਾ, ਕਦੇ ਦੂਜੇ ਪਾਸੇ ਨੂੰ ਜਾ ਵੜਦੇ ਆ। ਸੋ ਉਹ ਦੇਖਣ ਨੂੰ ਅਨਾਰਕੀ ਲੱਗਦੀ ਹੈ, ਪਰ ਉਹ ਯੂਥ ਵੀ ਆਪਣੀ ਜਿਹੜੀ ਪੋਲੀਟੀਕਲ ਜ਼ਮੀਨ ਤਲਾਸ਼ ਵੀ ਰਿਹਾ ਤੇ ਤਲਾਸ਼ ਵੀ ਰਿਹਾ ਹੈ। ਔਰ ਉਹ ਕਿਹੜਾ ਫਿਊਚਰ ਉਹਨਾਂ ਨੇ ਬਣਾਉਣਾ ਆਪਣਾ, ਕੱਲਾ ਜਹਾਜ਼ ਚੜ੍ਹ ਕੇ ਨਹੀਂ ਉਹਨਾਂ ਨੇ ਫਿਊਚਰ ਬਣਾਉਣਾ, ਇੱਥੇ ਵੀ ਬਣਾਉਣਾ ਉਹਨਾਂ ਨੇ ਫਿਊਚਰ। ਔਰ ਉਹਨਾਂ ਨੇ ਇੱਕ ਐਗਜ਼ਾਮਪਲ ਸਾਰੇ ਦੇਸ਼ ਵਾਸਤੇ ਇਹ ਵੀ ਸੈੱਟ ਕਰਨੀ ਹੈ ਕਿ ਸਿਆਸਤ ਹੁੰਦੀ ਕਿਵੇਂ। ਇਹ ਆਉਂਦੇ ਹੋਏ ਦਿਨਾਂ 'ਚ ਆਪਣੇ ਮੈਨੂੰ ਲੱਗਦਾ ਜਲਦੀ ਆਪਾਂ ਇਹਦੇ ਉੱਤੇ ਡਿਬੇਟ ਕਰਾਂਗੇ। ਜ਼ਿਆਦਾ ਹੀ ਪੋਜ਼ਿਟਿਵ ਨਹੀਂ? ਮੈਂ ਦੇਖੋ ਮੈਂ ਜ਼ਿਆਦਾ ਆਪਟੀਮਿਸਟ ਨਹੀਂ, ਮੈਂ ਪੰਜਾਬ ਨੂੰ ਜਦੋਂ ਜਿਹੜਾ ਕਾਲੇ ਦੌਰ 'ਚੋਂ ਉੱਭਰ ਕੇ ਆ ਕੇ ਵਾਪਸ ਲੀਹ ਤੇ ਆਉਂਦੇ ਦੇਖਿਆ। ਬੇਸ਼ੱਕ ਜਿਹੜਾ ਜ਼ਖਮੀ ਪੰਜਾਬ ਸੀ, ਔਰ ਜ਼ਖਮ ਹਾਲੇ ਵੀ ਰਿਸ ਰਹੇ ਆ ਉਹ, ਉਸ ਤੋਂ ਬਾਅਦ ਵੀ ਪੰਜਾਬ ਨੇ ਇਹ ਫੈਸਲਾ ਕੀਤਾ ਕਿ ਮੈਂ ਅੱਗੇ ਤੁਰਨਾ। ਬੇਸ਼ੱਕ ਉਹਨੂੰ ਪੋਲੀਟੀਕਲ ਸਪੋਰਟ, ਐਡਮਿਨਿਸਟ੍ਰੇਟਿਵ ਸਪੋਰਟ ਕਿਤੋਂ ਨਹੀਂ ਮਿਲੀ, ਉਹਨੇ ਆਪਣੀ ਚਾਹੇ ਲੰਗੜੀ ਚਾਲ ਹੋਵੇ, ਚਾਹੇ ਜਿਹੋ ਜਿਹੀ ਮਰਜ਼ੀ ਚਾਲ ਹੋਵੇ, ਉਹਦਾ ਇੱਕ ਜਜ਼ਬਾ ਸੀਗਾ। ਉਹਨੂੰ ਦੇਖ ਕੇ ਮੈਨੂੰ ਲੱਗਦਾ ਕਿ ਪੰਜਾਬੀ ਜਿਹੜਾ ਜਜ਼ਬਾ ਉਹ ਕਦੇ ਇਟ ਵਿਲ ਨਾਟ ਡਾਈ ਡਾਊਨ, ਉਹ ਸੰਘਰਸ਼ ਕਰੂਗਾ। ਸੰਘਰਸ਼ ਦੇ ਵਿੱਚ ਮੈਨੂੰ ਹਮੇਸ਼ਾ ਆਪਟੀਮਿਜ਼ਮ ਹੀ ਨਜ਼ਰ ਆਉਂਦਾ। ਤੁਹਾਨੂੰ ਇਹ ਪਹਿਲਾਂ ਕਿਉਂ ਨਜ਼ਰ ਆ ਗਿਆ ਸੀਗਾ ਕਿ ਸਾਡੇ ਬਹੁਤੇ ਲੀਡਰ ਆ ਜਿਹੜੇ ਉਹ ਸ਼ਫਲ ਕਰਨਗੇ, ਇੱਕ ਪਾਰਟੀ ਤੋਂ ਦੂਜੀ ਪਾਰਟੀ ਜਾਣਗੇ? ਤੁਹਾਨੂੰ ਉਹਨਾਂ ਦੇ ਕਿਰਦਾਰ ਤੇ ਸ਼ੱਕ ਹੋ ਗਿਆ ਸੀਗਾ, ਜਾਂ
ਜਿਹੜੀ ਪੋਲੀਟੀਕਲ ਕਲਾਸ ਤੁਸੀਂ ਕਵਰ ਕੀਤੀ ਹੈ, ਜਿਹਨੂੰ ਤੁਸੀਂ ਦੇਖਦੇ ਜਿਹਨਾਂ ਦੇ ਸਿਧਾਂਤ ਹੁੰਦੇ ਸੀਗੇ, ਤੁਹਾਨੂੰ ਲੱਗਦਾ ਕਿ ਸਿਧਾਂਤ ਤੋਂ ਥਿੜਕਦੇ ਪਏ ਸੀ, ਇਸ ਲਈ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਕਹਿਤਾ ਸੀਗਾ ਪੰਜਾਬ ਦੇ ਵਿੱਚ ਕਿ ਬਹੁਤ ਲੀਡਰ ਆ ਜਿਹੜੇ ਆਪਦੀਆਂ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਜਾਣਗੇ, ਇੱਥੋਂ ਤੱਕ ਕਿ ਤੁਸੀਂ ਬੀਜੇਪੀ ਦਾ ਜ਼ਿਕਰ ਵੀ ਕੀਤਾ ਸੀ। KP ਜੀ ਉਹਦਾ ਇੱਕ ਕਾਰਨ ਸੀ, ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਜਿਹੜਾ WTO ਆਇਆ ਇਹਨੇ ਬਹੁਤ ਸਾਰੀਆਂ ਜਿਹੜੀਆਂ ਬਾਉਂਡਰੀਜ਼ ਸੀਗੀਆਂ ਨਾ ਜੀ ਉਹ ਮਿਟੇ ਦਿੱਤੀਆਂ ਨੇ। ਹੁਣ ਪਹਿਲੀ ਗੱਲ ਤਾਂ ਜਿਹੜੀ ਅਸੀਂ ਨਾਰਮਲੀ ਗੱਲ ਕਰਦੇ ਹਾਂ ਸਟੇਟ ਸੈਂਟਰ ਦੀ ਗੱਲ ਕਰਦੇ ਹਾਂ, ਹੁਣ ਪੰਜਾਬ ਦੇ ਵਿੱਚ ਬਹੁਤ ਸੰਘਰਸ਼ ਲੜਿਆ ਗਿਆ ਸੈਂਟਰ ਸਟੇਟ ਰਿਲੇਸ਼ਨਸ਼ਿਪ ਦਾ। ਅਸੀਂ ਹੁਣ ਕਈ ਵਾਰੀ ਸਾਡੇ ਕਈ ਜਿਹੜੇ ਇੰਟੈਲੈਕਚੁਅਲਸ ਨੇ ਉਹ ਕਹਿੰਦੇ ਵੱਧ ਅਧਿਕਾਰਾਂ ਦੀ ਹਾਲੇ ਵੀ ਗੱਲ ਕਰਦੇ ਆ ਜੀ, ਪੰਜਾਬ ਦੇ ਅਧਿਕਾਰ ਚਾਹੀਦੇ। ਹੁਣ ਪੰਜਾਬ ਦੇ ਅਧਿਕਾਰ ਤੁਹਾਨੂੰ ਕੇਂਦਰ ਸਰਕਾਰ ਨੇ ਨਹੀਂ ਦੇਣੇ, ਕੇਂਦਰ ਸਰਕਾਰ ਕੋਲੇ ਆਪਦੇ ਅਧਿਕਾਰ ਹੈ ਨਹੀਂ, ਉਹਨਾਂ ਦੀਆਂ ਮਾਰਕੀਟ ਫੋਰਸਿਸ ਉਹਨਾਂ ਦੇ ਸਾਰੇ ਅਧਿਕਾਰ ਰਹਿ ਗਏ। ਕੇਂਦਰ ਸਰਕਾਰ ਕੋਲੇ ਇਸ ਵੇਲੇ ਸਾਨੂੰ ਦੇਖਣ ਨੂੰ ਬਹੁਤ ਵੱਡੇ ਵੱਡੇ ਲੀਡਰ ਨਜ਼ਰ ਆਉਣਗੇ। ਪੰਜਾਬ ਫਿਰ ਫੈਡਰਲ ਸਟਰਕਚਰ ਦੀ ਲੜਾਈ ਛੱਡ ਦੇਵੇ? ਨਹੀਂ, ਉਹ ਖਤਮ ਹੀ ਹੋ ਗਿਆ ਨਾ ਸਾਰਾ ਕੰਮ, ਕਿਉਂਕਿ ਤੁਸੀਂ ਸਾਰੀ ਦੁਨੀਆ ਗਲੋਬਲਾਈਜ਼ ਕਰਤੀ ਉਹਨਾਂ ਨੇ ਤਾਂ ਆਪਣੇ ਰਿਸੋਰਸਿਸ ਕੱਢਣੇ ਆ, ਉਹਨਾਂ ਨੇ ਮਾਰਕੀਟਸ ਲੱਭਣੀਆਂ ਨੇ, ਰਿਸੋਰਸਿਸ ਲੱਭਣੇ, ਔਰ ਉਹ ਜਿਹੜੀਆਂ ਮਾਰਕੀਟ ਫੋਰਸਿਸ ਨੇ ਉਹਨਾਂ ਨੂੰ ਦੇਸ਼ਾਂ ਦਾ ਕੋਈ ਫਰਕ ਹੀ ਨਹੀਂ ਨਜ਼ਰ ਆਉਂਦਾ। ਉਹਨਾਂ ਨੇ ਤਾਂ ਇੱਕ ਦਲੀਆ ਜਿਹਾ ਕਰਕੇ ਰੱਖਤਾ। ਹੁਣ ਜਿਹੜਾ ਸੀਗਾ ਜੀ ਜਦੋਂ ਉਹ ਆਈਆਂ ਉਸ ਨੂੰ ਸਾਡੀਆਂ ਪੋਲੀਟੀਕਲ ਪਾਰਟੀਜ਼ ਜਦੋਂ ਉਹ ਮਾਹੌਲ ਸੈਟ ਇਨ ਹੋ ਰਿਹਾ ਸੀ WTO ਤੋਂ ਪਹਿਲਾਂ, ਜਦੋਂ ਜਨਰਲ ਐਗਰੀਮੈਂਟ ਔਨ ਟ੍ਰੇਡ ਐਂਡ ਟੈਰਿਫ ਜਿਹਨੂੰ ਗੈਟ ਸਮਝੌਤਾ ਕਿਹਾ ਜਾਂਦਾ ਸੀ, ਜਦੋਂ ਉਹਨਾਂ ਦਿਨਾਂ 'ਚ ਮੈਂ ਦੇਖਿਆ ਕਿ ਪੋਲੀਟੀਕਲ ਪਾਰਟੀਆਂ ਦਾ ਰਿਸਪੌਂਸ ਕੀ ਆ, ਉਹਨਾਂ ਨੇ ਆਪਣੇ ਸਿਧਾਂਤ ਛੱਡ ਕੇ, ਕਾਂਗਰਸ ਨੇ ਆਪਣਾ ਸਿਧਾਂਤ ਛੱਡਿਆ, ਅਸੀਂ BJP ਨੇ ਸਿਧਾਂਤ ਛੱਡਿਆ, ਈਵਨ ਅਕਾਲੀ ਦਲ ਨੇ ਸਿਧਾਂਤ ਛੱਡਿਆ, ਔਰ ਇਹ ਸਿਧਾਂਤ ਛੱਡ ਕੇ ਇਹਨਾਂ ਦਾ ਇੱਕੋ ਹੀ ਸਿਧਾਂਤ ਹੁੰਦਾ ਜਾਣਾ ਸ਼ੁਰੂ। ਜਦੋਂ ਸਿਧਾਂਤ ਇੱਕੋ ਜਿਹੇ ਹੋ ਗਏ ਫਿਰ ਇੱਕ ਪਾਸੇ ਪਹਿਲਾਂ ਤੁਸੀਂ ਇਹ ਦੇਖੋ ਹੁਣ ਕੋਈ ਗੱਲ ਹੀ ਨਹੀਂ ਕਰਦਾ। ਅੱਗੇ ਇਹ ਹੁੰਦਾ ਸੀ ਕਿਸੇ ਅਕਾਲੀ ਨੂੰ ਕਹਿ ਦੇਣਾ ਜੀ ਤੂੰ ਕਾਂਗਰਸੀ ਏਜੰਟ ਆ, ਉਹਨੂੰ ਗਾਲ ਦੇ ਬਰਾਬਰ ਲੱਗਦੀ ਸੀ। ਹੁਣ ਤੁਹਾਨੂੰ ਲੱਗਦਾ ਆਈਡੀਓਲੋਜੀ ਰਹੀ ਨਹੀਂ? ਆਈਡੀਓਲੋਜੀ ਖਤਮ ਨੇ, ਪੋਲੀਟੀਕਲ ਆਈਡੀਓਲੋਜੀਜ਼ ਖਤਮ ਨੇ, ਇਸ ਲਈ ਲੋਕਾਂ ਦਾ ਇਹਨਾਂ ਪੋਲੀਟੀਕਲ ਪਾਰਟੀ ਦੇ ਵਿੱਚ ਵਿਸ਼ਵਾਸ ਵੀ ਖਤਮ ਹੁੰਦਾ ਜਾ ਰਿਹਾ। ਸੋ ਜਦੋਂ ਇਸ ਲਈ ਜਿਹੜਾ ਸੰਘਰਸ਼ ਹੈ ਜਿਹੜੀ ਸਾਡੇ ਫਿਰ ਉੱਥੇ ਵਾਪਸ ਆਊਂਗਾ, ਕਿਸਾਨੀ ਅੰਦੋਲਨ ਨੇ ਕਿਹਾ ਵੀ ਪੋਲੀਟੀਕਲ ਪਾਰਟੀਆਂ ਬਾਹਰ, ਤੁਹਾਡਾ ਕੰਮ ਕੋਈ ਨਹੀਂ, ਤੁਸੀਂ ਇਹ ਸਿਚੁਏਸ਼ਨ ਖੜੀ ਕੀਤੀ ਸਾਰਿਆਂ ਨੇ ਰਲ। ਤੁਹਾਡੇ ਲੈਂਸ ਨੇ ਪਹਿਲਾਂ ਕਿਵੇਂ ਦੇਖ ਲਿਆ ਵੀ ਇਹ ਸਾਰੇ ਲੀਡਰ ਜਾਣਗੇ ਇੱਧਰ ਉੱਧਰ? ਨਹੀਂ, ਕਿਉਂਕਿ ਜਿਹੜੀ ਮੈਨੂੰ ਇਹ ਦੱਸੋ ਜੀ ਬਈ ਜੇ ਆਪਾਂ ਘਰਾਂ 'ਚ ਰਹਿੰਦੇ ਆ, ਆਪਾਂ ਆਪਣੇ ਘਰੇ ਕਿਉਂ ਜਾਂਦੇ ਆ? ਕਿਉਂਕਿ ਇੱਕ ਬਾਉਂਡਰੀ ਹੈ ਜੀ, ਜੇ ਵਿੱਚੋਂ ਬਾਉਂਡਰੀਜ਼ ਖਤਮ ਕਰ ਦਈਏ, ਆਪਾਂ ਦਰਵਾਜ਼ੇ ਖਤਮ ਕਰ ਦਈਏ, ਦਰਬਾਰਾਂ ਖਤਮ ਕਰ ਦਈਏ, ਕੋਈ ਕਿਧਰੇ ਨੂੰ ਵੜ ਜਾਏ, ਕੋਈ ਫਿਰ ਲੋਕੀ ਇੰਜੇ ਬੜੇ ਫਿਰਨਗੇ। ਸੋ ਇੱਕ ਉਹ ਜਿਹੜਾ ਸੀਗਾ, ਇੱਕ ਜਿਹੜੀ ਪਹਿਲਾਂ ਕਿਸੇ ਟਾਈਮ ਤੇ ਨਾ ਤੁਸੀਂ ਤਿਆਰ ਹੋ ਕੇ ਆਉਂਦੇ ਸੀ ਗ੍ਰਾਸ ਰੂਟ ਚੋਂ ਲੋਕੀ, ਕਾਂਗਰਸ ਦੇ ਵਿੱਚ ਆਉਂਦੇ ਸੀ, ਕਾਂਗਰਸ ਦੇ ਜਿਹੜੇ ਲੋਕੀ ਆਏ ਸੀ ਉਹ ਅੰਦੋਲਨਾਂ ਚੋਂ ਆਏ ਸੀ, ਜਿਹੜੀ ਫਰੀडम ਸਟਰਗਲ ਸੀ, ਔਰ ਉਹ ਇੱਕ ਟ੍ਰੈਡੀਸ਼ਨ ਸੀ ਅੰਦੋਲਨ ਦੇ ਵਿੱਚ। ਤੁਸੀਂ ਗੱਲ ਕਰਦੇ ਹੋ ਥੱਲੇ ਗ੍ਰਾਸ ਰੂਟ ਤੋਂ ਕੰਮ ਕਰਕੇ ਤੁਸੀਂ ਉੱਪਰ ਆਉਂਦੇ, ਹੁਣ ਉਹ ਖਤਮ ਹੋ ਗਿਆ। ਹੁਣ ਤਾਂ ਸਾਰੇ ਜਿਹੜੀ ਨਾ ਤਾਂ ਭਾਰਤ ਦੇ ਵਿੱਚ ਕੋਈ ਸਟੂਡੈਂਟ ਮੂਵਮੈਂਟ ਹੈ, ਨਾ ਕੋਈ ਲੇਬਰ ਮੂਵਮੈਂਟ ਹੈ, ਨਾ ਵਰਕਰਜ਼ ਮੂਵਮੈਂਟ ਹੈ, ਕੁਛ ਨਹੀਂ ਹੈ। ਉਹ ਜਿਹੜੇ ਇੱਥੋਂ ਇਹਨਾਂ ਨੂੰ ਪੋਲੀਟੀਕਲ ਤੁਹਾਨੂੰ ਮਿਲਦਾ ਸੀ ਜਾਂ ਟੈਲੈਂਟ ਮਿਲਦਾ ਸੀ, ਉਹ ਬੰਦ ਹੋ ਗਿਆ। ਹੁਣ ਇਸ ਲਈ ਇਹਨਾਂ ਨੇ ਆਪਣੇ ਜਿਹੜੇ ਹੈਗੇ ਗੁਰਗੇ ਜਿਹੜੇ ਸੀ ਇਹਨਾਂ ਦੇ, ਜਿਹੜਾ ਵੱਡੇ ਪੋਲੀਟੀਸ਼ੀਅਨ ਦੇ ਗੋਡੇ ਗਿੱਟੇ ਜ਼ਿਆਦਾ ਘੁੱਟਦਾ ਸੀ, ਉਹੀ ਜਿਹੜੇ ਸੀਗੇ ਉਹਨਾਂ ਨੂੰ ਫਿੱਟ ਕਰਨਾ ਸ਼ੁਰੂ ਕਰਤਾ। ਸੋ ਜਿਹੜੀ ਇੱਕ ਸਿਆਸਤ ਦਾ ਜਿਹੜਾ ਟੋਟਲ ਉਹਦੇ ਵਿੱਚ ਚੇਂਜ ਆ ਗਿਆ ਬਈ ਸਿਆਸਤ ਜਿਹੜੀ ਸੀ ਇੱਕ ਮੂਵਮੈਂਟ ਡਰਿਵਨ ਨਹੀਂ ਸੀ, ਹੁਣ ਇੱਕ ਜੋ ਕਹਿ ਸਕਦੇ ਹੋ ਇੱਕ ਅੱਜ ਕੱਲ੍ਹ ਪ੍ਰਚਲਿਤ ਹੈ, ਇੱਕ ਪ੍ਰੋਫੈਸ਼ਨ ਦੀ ਤਰ੍ਹਾਂ ਹੀ ਕੰਮ ਹੋ ਗਿਆ, ਪੇਸ਼ਾ ਬਣ ਗਿਆ। ਇੱਕ ਹੋਰ ਛੋਟਾ ਜਿਹਾ ਵਕਫਾ, ਵਕਫੇ ਤੋਂ ਵਾਪਸ ਆਵਾਂਗੇ। ਬਹੁਤ ਸੰਜੀਦਗੀ ਵਾਲੇ ਚਰਚਾ ਦੀ ਜ਼ਰੂਰਤ ਹੈ ਕੀ ਹੈ, ਜਿਹੜੀ ਸਾਡੀ ਪੋਲੀਟੀਕਲ ਕਲਾਸ ਹੈ ਕੀ ਹੈ, ਉਹ ਕਿੱਥੇ ਸਟੈਂਡ ਕਰਦੀ ਪਈ ਹੈ। ਯੂਥ ਹੈ ਜਿਹੜਾ, ਜਿਹਨੂੰ ਗਰੂਮ ਕਰਕੇ ਉਸ ਪੋਲੀਟੀਕਲ ਕਲਾਸ ਦੇ ਵਿੱਚ ਲੈ ਕੇ ਆਉਣਾ ਸੀ, ਉਹ ਕਲਾਸ ਹੈ ਜਿਹੜੀ ਅੱਜ ਖਤਮ ਹੁੰਦੀ ਜਾ ਰਹੀ ਹੈ। ਮਿਸਟਰ ਪੰਦੇਰ ਇਹ ਗੱਲ ਕਹਿ ਰਿਹਾ ਅਤੇ ਬਹੁਤ ਚਿੰਤਾ ਦਾ ਵਿਸ਼ਾ ਹੈਗਾ, ਪਰ ਨਾਲ ਹੀ ਉਹ ਗੱਲ ਕਹਿ ਰਿਹਾ ਕਿ ਚੇਂਜ ਹੈ ਜਿਹੜੀ ਨਾ ਉਸ ਨੂੰ ਅਸੈਪਟ ਕਰਨਾ ਚਾਹੀਦਾ ਹੈ, ਹਰ ਚੀਜ਼ ਨੂੰ ਕ੍ਰਾਈਸਿਸ ਦੇ ਨਜ਼ਰੀਏ ਨਾਲ ਨਹੀਂ ਦੇਖਣਾ ਚਾਹੀਦਾ। ਅਤੇ ਇਹ ਇੱਕ ਪੋਜ਼ੀਟਿਵ ਸਾਡੇ ਅੱਗੇ ਇੱਕ ਆਰਗੂਮੈਂਟ ਸਾਹਮਣੇ ਆ ਰਿਹਾ ਜਿਸ ਨੂੰ ਹੋਰ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈਗੀ ਹੈ ਕਿ ਅਸੀਂ ਇਸ ਪਾਸੇ ਕਿਉਂ ਨਹੀਂ ਸੋਚਦੇ, ਅਸੀਂ ਨੈਗੇਟਿਵ ਕਿਉਂ ਹੁੰਦੇ ਜਾਂਦੇ ਹਾਂ, ਸਾਡੀਆਂ ਬਹਿਸਾਂ ਨੈਗੇਟਿਵ ਹੁੰਦੀਆਂ ਜਾ ਰਹੀਆਂ, ਅਸੀਂ ਆਪ ਨੈਗੇਟਿਵ ਹੁੰਦੇ ਜਾ ਰਹੇ ਹਾਂ। ਅਤੇ ਜਿਹੜਾ ਪੋਜ਼ੀਟਿਵ ਦੇਖਣਾ ਉਹਦੇ ਲਈ ਕਲਚਰ ਦੇ ਵਿੱਚ ਰਹਿਣਾ ਪਊਗਾ, ਅਤੇ ਇਹ ਕਲਚਰ ਦੀ ਗੱਲ ਬਹੁਤ ਕਰਦੇ ਆ। ਵਾਪਸ ਆ ਕੇ ਪੁੱਛੂੰਗਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਸਰਬਜੀਤ ਪੰਦੇਰ ਹੋਰੀ ਸਾਡੇ ਨਾਲ ਮੌਜੂਦ ਹੈਗੇ ਆ, ਬਹੁਤ ਹੀ ਸੀਨੀਅਰ ਜਰਨਲਿਸਟ ਨੇ। ਅਤੇ ਪੰਦੇਰ ਸਾਹਿਬ, ਮੈਂ ਹੋਰ ਵੀ ਤੁਹਾਡੇ ਕੋਲ ਸਵਾਲ ਕਰਨੇ ਹੈਗੇ ਪੋਲੀਟੀਕਲ, ਸੋਸ਼ਲ। ਮੇਰਾ ਸਵਾਲ ਹੈ, ਕਲਚਰ ਦੀ ਗੱਲ ਤੁਸੀਂ ਕਰਦੇ ਹੋ, ਤੁਸੀਂ ਲੈਂਸ ਨਾਲ ਗੱਲ ਕਰਦੇ ਹੋ, ਤੁਹਾਨੂੰ ਫੋਟੋਗ੍ਰਾਫੀ ਦਾ ਸ਼ੌਂਕ ਹੈ, ਉਹ ਸ਼ੌਂਕ ਹੈ ਜਿਹੜਾ ਹੁਣ ਤੁਸੀਂ ਉਸ ਪੱਧਰ 'ਤੇ ਲੈ ਗਏ ਹੋ ਜਿੱਥੇ ਤੁਹਾਨੂੰ ਅਵਾਰਡਸ ਮਿਲਦੇ ਆ। ਪੰਦੇਰ ਸਾਹਿਬ, ਇਹ ਕਿਵੇਂ ਹੋਇਆ? ਮੈਂ ਤੁਹਾਡੀ ਜਰਨੀ ਬਾਰੇ ਜਾਣਨਾ ਚਾਹੁੰਦਾ।
ਇਹ ਵੀ ਲੋਕੀ ਫੇਰ ਉਸੇ ਗੱਲ ਦੇ ਉੱਤੇ ਹੋ ਜਾਂਦੇ ਨੇ। ਇਹ ਇੱਕ ਅੰਦਰੂਨੀ ਗੱਲ ਹੁੰਦੀ ਹੈ। ਮੇਰਾ ਹਾਰਟ ਦੀ ਪ੍ਰੋਬਲਮ ਹੋ ਗਈ ਸੀ ਐਕਸੀਡੈਂਟਲੀ, ਉਹ ਵੀ ਐਕਸੀਡੈਂਟਲ ਡਾਇਗਨੋਸਿਸ ਹੀ ਹੋਇਆ। ਸੋ ਉਸ ਤੋਂ ਬਾਅਦ ਮੇਰਾ ਬਾਈਪਾਸ ਹੋਇਆ ਔਰ 5 ਬਾਈਪਾਸ ਲੱਗੇ। ਮੇਰੀਆਂ ਸਾਰੀਆਂ ਆਰਟਰੀਜ਼ 90 ਆਲਮੋਸਟ 95 ਮਲਟੀਪਲ ਬਲੋਕੇजेस ਸੀਗੇ। ਔਰ ਉਸ ਤੋਂ ਬਾਅਦ ਮੈਂ ਬੈੱਡ 'ਚ ਪਿਆ ਸੀ। ਮੇਰਾ ਜੀ ਨਹੀਂ ਸੀ ਲੱਗਦਾ ਵੀ ਮੈਨੂੰ ਨਾ ਆਸ-ਪਾਸ ਲੋਕਾਂ ਨੇ ਆ ਕੇ ਜੀ ਉਹਨਾਂ ਦੇ ਚਿਹਰਿਆਂ ਦੇ ਉੱਤੇ ਉਹ ਜਿਹੜੀ ਕਹਿੰਦੇ ਮਨਹੂਸੀਅਤ ਛਾਈ ਹੁੰਦੀ ਸੀ ਵੀ ਇਹ ਇਸੇ ਉਮਰੇ ਦੇ ਵੇ ਇਹਨੂੰ ਹਾਰਟ ਦੀ ਪ੍ਰੋਬਲਮ ਹੋ ਗਈ। ਮੈਂ ਆਪਣਾ ਫਿਰ ਮੈਂ ਜਦੋਂ ਜਿਹੜੀ ਐਕਟਿਵ ਜਰਨਲਿਜ਼ਮ ਸੀ ਉਸ ਤੋਂ ਪਹਿਲਾਂ ਵੀ ਫੋਟੋਗ੍ਰਾਫੀ ਕਰਦਾ ਸੀ। ਮੈਨੂੰ ਇਹ ਸ਼ੌਕ, ਮੈਨੂੰ ਤਸਵੀਰਾਂ ਦੇਖਣ ਦਾ ਬੜਾ ਸ਼ੌਕ ਹੈ। ਅਤੇ ਉਹ ਸ਼ਿਵ ਬਟਾਲਵੀ ਦੇ ਕੁਛ ਉਹ ਜਿਹੜਾ ਉਹਨਾਂ ਦੇ ਗੀਤ 'ਚ ਵੀ ਉਹ ਤਸਵੀਰਾਂ ਦੀ ਗੱਲ ਕਰਦੇ ਆ। ਅਤੇ ਇਹ ਮੈਂ ਜਾਣਦਾ ਹਾਂ ਕੁਛ ਕੀ ਰੰਗਾਂ ਦਾ ਹੀ ਨਾਂ ਤਸਵੀਰਾਂ ਹੈ। ਸੋ ਉਹ ਮੈਨੂੰ ਤਸਵੀਰਾਂ ਹਮੇਸ਼ਾ ਐਨਚੈਂਟ ਕਰਦੀਆਂ ਨੇ। ਮੈਂ ਤਸਵੀਰ ਕਦੇ ਵੀ ਬੈਠ ਕੇ ਮੈਂ ਸ਼ਾਇਦ ਨਾਵਲ ਪੜ੍ਹਨਾ ਨਹੀਂ ਮੇਰੇ ਕੋਲੋਂ, ਮੈਂ ਨਾਵਲ ਦੇ ਤਾਂ 3-4 ਪੰਨੇ ਮਸਾਂ ਪੜ੍ਹ ਹੋਣ। ਤਸਵੀਰ ਮੈਂ ਘੰਟਾ ਬੱਧੀ ਇੱਕੋ ਹੀ ਬੈਠਾ ਦੇਖ ਸਕਦਾ ਵੀ ਇਹ ਤਸਵੀਰ ਦੇ ਵਿੱਚ ਉਹਦੇ ਕਈ ਐਸਪੈਕਟ ਦੇਖਣੇ ਆ। ਇੰਨਾ ਪੜ੍ਹ ਲੈਂਦੇ ਤਸਵੀਰ ਨੂੰ? ਨਹੀਂ, ਉਹ ਮੈਨੂੰ ਅੰਦਰ ਮੇਰੇ ਨਾਲ ਗੱਲਬਾਤ ਕਰਨ ਲੱਗ ਪੈਂਦੀਆਂ ਨੇ ਤਸਵੀਰਾਂ। ਫਿਰ ਮੈਂ ਉਹ ਚਲਿਆ। ਫਿਰ ਮੈਨੂੰ ਨੇਚਰ ਦਾ ਵੀ ਬੜਾ ਸ਼ੌਕ ਹੈ। ਮੈਂ ਤੁਹਾਡੀ ਫੋਟੋਗ੍ਰਾਫੀ ਦੇਖੀ ਹੈ, ਲੇਹ ਲਦਾਖ ਤੱਕ ਦੀਆਂ ਤੁਹਾਡੀਆਂ ਫੋਟੋਗ੍ਰਾਫਸ ਬੜੀਆਂ ਕਮਾਲ ਦੀਆਂ। ਹਾਂਜੀ, ਫਿਰ ਉਹ ਮੈਨੂੰ ਟਰੈਵਲ ਕਰਨ ਦਾ ਮੌਕਾ ਮਿਲਿਆ। ਫਿਰ ਉੱਥੇ ਜਾ ਕੇ ਜਿਹੜੇ ਲੋਕਾਂ ਨੂੰ ਮੈਂ ਕਦੇ ਵੀ ਨਹੀਂ ਸੀ ਮਿਲ ਸਕਦਾ ਆਪਣੀ ਜ਼ਿੰਦਗੀ 'ਚ, ਮੈਂ ਸ਼ਾਇਦ ਜਰਨਲਿਜ਼ਮ 'ਚ ਵੀ ਨਾ ਮਿਲਦਾ, ਉਹ ਮੈਨੂੰ ਉੱਥੇ ਮਿਲੇ। ਔਰ ਉਹਨਾਂ ਦੀ ਜਿਹੜੀ ਉਹਨਾਂ 'ਚ ਫਿਰ ਪੋਜ਼ੀਟਿਵਿਟੀ ਆ। ਔਰ ਫਿਰ ਮੈਂ ਦੇਖਿਆ, ਮੈਂ ਉਹ ਗੱਲ ਕਰਕੇ ਦੇਖਿਆ ਵੀ ਜੋ ਰੱਬ ਨਹੀਂ ਕਰ ਸਕਦਾ ਉਹ ਫੋਟੋਗ੍ਰਾਫਰ ਕਰ ਲੈਂਦਾ। ਇੱਕ ਘੜੀ ਆ ਬਈ ਹੁਣ ਆਪਣੇ ਆ ਬੈਠੇ ਆ ਆਪਾਂ, ਹੁਣ ਤਾਂ ਚਲੋ ਰਿਕਾਰਡਿੰਗ ਹੋ ਜਾਂਦੀ ਆ, ਆਪਾਂ ਨਹੀਂ ਜਿਉਂ ਸਕਦੇ, ਪਰ ਇਹ ਕੈਮਰੇ ਜਿਹੜੇ ਲੱਗੇ ਹੋਏ ਆ ਇਹਨਾਂ ਨੇ ਇਸ ਘੜੀ ਨੂੰ ਜਿਉਂਦੇ ਹੀ ਰੱਖਣਾ, ਚਾਹੇ ਕੈਦ ਕਰ ਲੈਣਾ। ਹਾਂ, ਆਪਣੇ ਬਾਅਦ 'ਚੋਂ ਵੀ ਇਹ ਚੱਲੂਗੀ ਜੀ, ਇਹ ਇੰਝ ਹੀ ਚੱਲੂਗਾ, ਆਪਾਂ ਬੋਲਦੇ ਨਜ਼ਰ ਆਵਾਂਗੇ, ਸਭ ਕੁਝ ਹੋਊਗਾ। ਔਰ ਉਹ ਮੈਨੂੰ ਬੜੀ ਵਧੀਆ ਲੱਗੀ। ਫਿਰ ਮੈਨੂੰ ਇਹ ਸੀਗਾ ਵੀ ਅਸੀਂ ਖੂਬਸੂਰਤੀ ਕਿੰਨੀ ਇਕੱਠੀ ਕਰਦੇ ਹਾਂ। ਔਰ ਕਈ ਵਾਰੀ ਜਿਹੜੀ ਲੋਕਾਂ ਨੂੰ ਨੈਗੇਟਿਵ ਚੀਜ਼ਾਂ ਲੱਗਦੀਆਂ ਉਹ 'ਚ ਵੀ ਖੂਬਸੂਰਤੀ ਕੱਢਣ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਸੋਹਣੀ ਮੈਨੂੰ ਉਹਦੇ 'ਚ ਨਾ ਪੋਜ਼ੀਟਿਵਿਟੀ ਉਹਨੇ ਮੈਨੂੰ ਫੀਡ, ਉਹਨੇ ਮੈਨੂੰ ਉਹ ਜਿਹੜੀ ਨਾਰਮਲੀ ਇੱਥੇ ਤੱਕ ਵੀ ਮੈਨੂੰ ਇੱਕ ਕਿਸੇ ਨੇ ਕਿਹਾ ਕਿ ਜਿਨ੍ਹਾਂ ਨੂੰ ਬਾਈਪਾਸ ਸਰਜਰੀ ਹੁੰਦੀ ਹੈ ਨਾ ਉਹਨਾਂ ਨੂੰ ਡਿਪਰੈਸ਼ਨ ਹੋ ਜਾਂਦਾ ਕਿਉਂਕਿ ਦਵਾਈਆਂ ਇਹੋ ਜਿਹੀਆਂ ਹੋ ਜਾਂਦੀਆਂ। ਮੈਂ ਕਿਹਾ ਜੀ ਇਹ ਨਹੀਂ ਹੋਣ ਦੇਣਾ। ਫਿਰ ਉਹ ਮੈਨੂੰ ਫੋਟੋਗ੍ਰਾਫੀ ਨੇ ਬੜੀ ਦਿੱਤੀ। ਫਿਰ ਜਿਹੜੀ ਅਚੀਵਮੈਂਟਸ ਹੋਣੀਆਂ, ਰੈਕਗਨੀਸ਼ਨ ਹੋਣੀ ਸ਼ੁਰੂ ਹੋ ਗਈ, ਉਹ ਇੰਨੀ ਛੇਤੀ ਆਈ। ਉਹ ਸ਼ਾਇਦ ਪੱਤਰਕਾਰੀ 'ਚ ਇੰਨੀ ਆਈ ਹੋਈ ਨਹੀਂ ਸੀ ਕਦੇ। ਪੱਤਰਕਾਰੀ ਦੇ ਵਿੱਚ ਬੜੀ ਇੱਕ ਦਿਲਚਸਪ ਕਹਾਣੀ ਸੁਣਾਉਣਾ ਬਈ ਜਿਹੜੇ ਪੰਜਾਬ ਦੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਕਹਾਣੀਆਂ, ਉਹ ਮੈਂ ਪਹਿਲਿਆਂ 'ਚੋਂ ਸੀਗਾ ਜਿਨ੍ਹਾਂ ਨੂੰ ਜਾ ਕੇ ਕੀਤੀ। ਔਰ ਉਦੋਂ ਇੱਥੇ ਤੱਕ ਵੀ ਕਿ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਉਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਮੈਨੂੰ ਠਿੱਠ ਵੀ ਕੀਤਾ ਬਈ ਇਹ ਨਹੀਂ, ਤੂੰ ਜਿਹੜਾ ਪੰਜਾਬ ਦੇ ਕਿਸਾਨਾਂ ਦੇ ਬਾਰੇ ਖੁਦਕੁਸ਼ੀਆਂ ਦੀਆਂ ਗੱਲਾਂ ਕਰਦਾ, ਇਹ ਗਲਤ ਗੱਲ ਹੈ ਬਈ, ਇਹ ਨਹੀਂ ਕਰ ਸਕਦੇ। ਮੈਂ ਉਹ ਕਰੀ ਗਿਆ ਕੰਮ ਔਰ ਫਿਰ ਬਾਅਦ 'ਚੋਂ ਐਕਸੈਪਟ ਵੀ ਹੋਇਆ ਔਰ ਉਹਦੇ ਉੱਪਰ ਰਿਸਰਚ ਵੀ ਹੋਈ। ਅਤੇ ਤੁਸੀਂ KP ਜੀ ਮੰਨੋਗੇ ਨਹੀਂ, ਜਿਹੜੇ ਜਰਨਲਿਸਟਾਂ ਨੇ ਕੰਮ ਨਹੀਂ ਸੀ ਕੀਤਾ ਉਹਨਾਂ ਨੂੰ ਅਵਾਰਡ ਮਿਲ ਗਏ। ਮੈਨੂੰ ਕਿਸੇ ਨੇ ਸਟੇਜ 'ਤੇ ਵੀ ਨਹੀਂ ਸੱਦਿਆ ਵੀ ਭਾਈ ਤੂੰ ਆ ਕੇ ਇਹ ਗੱਲ ਕਰ ਲੈ। ਪਰ ਆ ਜਿਹੜੀ ਫੋਟੋਗ੍ਰਾਫੀ ਸੀ ਇਹਦੇ ਵਿੱਚ ਐਗਜ਼ੀਬਿਸ਼ਨਸ ਹੋਈਆਂ, ਬਹੁਤ ਸਾਰੇ ਦੋਸਤ ਨਵੇਂ ਬਣੇ, ਫਿਰ ਉਹ ਮੈਡਲ ਵੀ ਆ ਗਏ ਔਰ ਉਹਦੀ ਨਜ਼ਰ ਵੀ ਆਉਣੀ ਸ਼ੁਰੂ ਹੋ ਗਈ ਮੇਰੇ ਘਰਦਿਆਂ 'ਚ ਵੀ। ਅੱਛਾ ਜੀ ਇਹ ਫੋਟੋ, ਉਹ ਮੈਨੂੰ ਉਹ ਫਿਰ ਜਦੋਂ ਮੇਰੇ ਘਰੇ ਮੈਡਲ ਆਉਣੇ ਸ਼ੁਰੂ ਹੋਏ ਨਾ ਜੀ, ਫਿਰ ਮੇਰੇ ਘਰਦਿਆਂ ਨੂੰ ਵੀ ਲੱਗਿਆ, ਕਹਿੰਦੇ ਅੱਛਾ ਤੁਹਾਨੂੰ ਫੋਟੋ ਦਿਖਾਤਾ ਦੇ ਕਿਹੜੀਆਂ ਸੀਗੀਆਂ। ਸੋ ਉਹ ਬੜਾ ਇੰਟਰਸਟਿੰਗ ਹੈਗਾ। ਔਰ ਜਿਹੜੀ ਔਰ ਜਿਹੜੇ ਆਰਟਿਸਟ ਮੈਂ ਦੇਖਿਆ, ਜਿਹੜੇ ਇੱਕ ਜਰਨਲਿਸਟ ਜਿਹੜਾ ਹੈ ਉਹ ਬਿਲਕੁਲ ਤੁਸੀਂ ਗੱਲ ਕਰਦੇ ਹੋ, ਉਹ ਮਾਈਂਡ ਸੈੱਟ ਹੀ ਨੈਗੇਟਿਵ ਹੋ ਜਾਂਦਾ ਸੀ। ਇੰਨਾ ਨੈਗੇਟਿਵਿਟੀ ਦੇ ਵਿੱਚ ਅਸੀਂ ਕੰਮ ਕਰਦੇ ਹਾਂ, ਉਹ ਦਿਮਾਗ ਦੇ ਉੱਤੇ ਘਰ ਕਰ ਜਾਂਦੀ ਹੈ। ਪਰ ਫੋਟੋਗ੍ਰਾਫਰ ਬਿਲਕੁਲ ਉਲਟ ਕੰਮ ਹੈ ਜੀ, ਉਹ ਤੁਸੀਂ ਸਾਰਾ ਦਿਨ ਪੋਜ਼ਿਟਿਵਿਟੀ ਦੇ ਵਿੱਚ ਕੰਮ ਕਰਦੇ ਹੋ। ਸੋ ਔਰ ਉਹਨੇ ਮੇਰੀ ਕਾਫੀ ਜਿਹਨੂੰ ਕਹਿੰਦੇ ਆ ਮੈਂਟਲ ਜਾਂ ਇਮੋਸ਼ਨਲ ਗਰੋਥ ਜਾਂ ਸਟੇਬਿਲਿਟੀ ਦੇ ਵਿੱਚ ਬਹੁਤ ਫਰਕ ਮੈਨੂੰ ਪਾਇਆ। ਤੁਹਾਡੀ ਪੱਤਰਕਾਰਤਾ 'ਤੇ ਕੋਈ ਇਫੈਕਟ ਤਾਂ ਨਹੀਂ ਕੀਤਾ ਇਸ ਫੋਟੋਗ੍ਰਾਫੀ ਨੇ? ਰਾਦਰ ਪੱਤਰਕਾਰਿਤਾ ਨੇ ਫੋਟੋਗ੍ਰਾਫੀ 'ਤੇ ਇਫੈਕਟ ਕੀਤਾ ਕਿਉਂਕਿ ਮੈਨੂੰ ਪੱਤਰਕਾਰਿਤਾ ਤੋਂ ਸ਼ਾਇਦ ਇੱਕ ਬ੍ਰੇਕ ਚਾਹੀਦੀ ਸੀ। ਜਿਹੜੀ ਪਹਿਲਾਂ ਗੱਲ ਕਰਦੇ ਨੇ, ਉਹ ਦਿਲ ਨੇ ਮੰਨ ਲਈ, ਉਹ ਦਿਲ ਨੇ ਮੰਨ ਲਈ, ਉਹ ਦਿਲ ਲੈ ਗਿਆ ਆਪਣੇ ਆਪ 'ਤੇ। ਦਿਲ ਆਪਣੇ ਆਪ 'ਤੇ ਜਿਹੜੇ ਦਿਲ ਪੇ ਮਤਲੇ ਯਾਰ, ਉਹ ਦਿਲ ਲੈ ਗਿਆ ਆਪਣੇ ਆਪ 'ਤੇ। ਫਿਰ ਮੈਨੂੰ ਫਿਰ ਨਿਗਾਹ ਕਹਿੰਦੀ ਕੁਛ ਹੋਰ ਦੇਖਣਾ, ਅੱਖਾਂ ਕਹਿੰਦੀਆਂ ਕੁਛ ਹੋਰ ਦਿਖਾ, ਅਤੇ ਫਿਰ ਅਸੀਂ ਉੱਧਰ ਨੂੰ ਤੁਰ ਪਏ। ਔਰ ਆਈ ਥਿੰਕ ਮੈਨੂੰ ਫੋਟੋਗ੍ਰਾਫੀ ਜਿਹੜੀ ਤੁਸੀਂ ਗੱਲ ਪਹਿਲਾਂ ਵੀ ਕਰਦੇ ਸੀ ਲੈਂਸ ਦੇ ਵਿੱਚ, ਹੁਣ ਜਦੋਂ ਫੋਟੋਗ੍ਰਾਫਰ ਦੇ ਲੈਂਸ ਦੇ ਥਰੂ ਦੇਖਦਾ ਕਈ ਵਾਰੀ, ਉਹ ਸਾਨੂੰ ਵੀ ਉਹਦੇ 'ਚ ਫੋਟੋਗ੍ਰਾਫਰ ਜਿਹੜੇ ਸਾਡੇ ਉਸਤਾਦ ਸੀ ਨਾ, ਉਹਨਾਂ ਨੇ ਇੱਕ ਵਾਰੀ ਦੱਸਿਆ, ਕਹਿੰਦੇ ਜੀ ਇੱਕ ਪਾਸੇ ਦੇਖਦੇ ਰਹਿੰਦੇ ਹੋ, ਕਈ ਵਾਰੀ ਫੋਟੋ ਪਿਛਲੇ ਪਾਸੇ ਹੁੰਦੀ ਹੈ
ਅੱਛਾ, ਜਦੋਂ ਨੇਚਰ ਫੋਟੋਗ੍ਰਾਫੀ ਕਰਦੇ ਹੋ ਨਾ ਜੀ, ਕਹਿੰਦੇ ਜੀ ਕਈ ਵਾਰੀ ਤੁਸੀਂ ਇੱਕ ਪਾਸੇ ਬੈਠੇ ਦੇਖਦੇ ਹੋ, ਕਹਿੰਦੇ ਪਿੱਛੇ ਵੀ ਦੇਖ ਲਿਆ ਕਰੋ। ਹਾਂ, ਅਸਲੀ ਫੋਟੋ ਸ਼ਾਇਦ ਉਸ ਨਾਲੋਂ ਵਧੀਆ ਪਿਛਲੇ ਪਾਸੇ ਹੋਵੇ, ਜਾਂ ਇੱਕ ਆਲਟਰਨੇਟ ਪੁਆਇੰਟ ਆਫ ਵਿਊ ਦੇਖਣ ਦੀ ਗੱਲ, ਉਹ ਤੁਸੀਂ ਇਹ ਕਹਿ ਸਕਦੇ ਹੋ, ਉਹ ਵੀ ਇੱਕ ਟ੍ਰੇਨਿੰਗ ਆ ਗਈ ਕਿ ਤੁਸੀਂ ਈਵਨ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਆਲਟਰਨੇਟ ਪੁਆਇੰਟ ਆਫ ਵਿਊ ਦੇਖਣ ਦਾ ਇੱਕ ਓਪਰਚੁਨਿਟੀ ਜਾਂ ਇੱਕ ਟ੍ਰੇਨਿੰਗ ਫੋਟੋਗ੍ਰਾਫੀ ਦੀ। ਤੁਹਾਡਾ ਸੁਪਨਾ ਕੀ ਹੁਣ ਫੋਟੋਗ੍ਰਾਫੀ ਦੇ ਵਿੱਚ? ਕੀ ਸੁਪਨਾ ਤੁਹਾਡਾ ਮੈਂ ਜਿਹੜਾ ਅਚੀਵ ਕਰਨਾ? ਟਰੈਵਲ ਕਰਨਾ ਚਾਹੁੰਦਾ, ਮੈਂ ਭਾਰਤ ਸਾਰਾ ਦੇਖਣਾ ਚਾਹੁੰਦਾ, ਔਰ ਕੋਸ਼ਿਸ਼ ਇਹ ਹੈ ਵੀ ਭਾਰਤ ਦੀ ਖੂਬਸੂਰਤੀ ਜਾਂ ਡਾਈਵਰਸਿਟੀ ਜਿਹੜੀ ਹੈ ਉਹਨੂੰ ਆਪਣੇ ਕੈਮਰੇ 'ਚ ਕੈਦ ਕਰਕੇ ਮੈਂ ਡਿਸਪਲੇ ਕਰ ਦਿਆਂ ਕਿਸੇ ਲੈਵਲ 'ਤੇ। ਤੁਹਾਡੇ ਬਾਰੇ ਅਕਸਰ ਇਹ ਕਿਹਾ ਜਾਂਦਾ ਕਿ ਤੁਸੀਂ ਕਿਸੇ ਨਾਲ ਸਾਂਝ ਪਾ ਕੇ ਆਪਣੀ ਫੋਟੋਗ੍ਰਾਫੀ ਦੀ ਐਗਜ਼ੀਬਿਸ਼ਨ ਨਹੀਂ ਦਿਖਾਉਣਾ ਚਾਹੁੰਦੇ, ਇਹਦੀ ਵਜ੍ਹਾ? ਨਹੀਂ, ਮੈਂ ਬੜੀਆਂ ਕੀਤੀਆਂ ਪਰ ਜਿਹੜੇ ਬੜੇ ਮੇਰੇ ਮਿੱਤਰ ਵੀ ਸੀ ਔਰ ਖੁਦ ਆਰਟਿਸਟ ਸਨ, ਮਲਕੀਤ ਸਿੰਘ, ਔਰ ਉਹ ਮੇਰੀਆਂ ਫੋਟੋਆਂ ਜਿਹੜੀ ਐਗਜ਼ੀਬਿਸ਼ਨ ਤੇ ਲੱਗਦੀਆਂ ਸੀ ਉਹਨਾਂ ਨੂੰ ਰਿਵਿਊ ਕਰਕੇ ਕਰਦੇ ਸੀ। ਉਹ ਮੈਨੂੰ ਇਹ ਕਹਿੰਦੇ ਸੀ ਤੇਰਾ ਕੰਮ ਜੇ ਤੂੰ ਜਾਂ ਤਾਂ ਖੁਦ ਐਨਾਲਾਈਜ਼ ਨਹੀਂ ਕਰਦਾ ਆਪਣੀਆਂ ਫੋਟੋਆਂ, ਮੈਨੂੰ ਕਹਿੰਦੇ ਵੀ ਜਿਨ੍ਹਾਂ ਦੇ ਨਾਲ ਤੂੰ ਡਿਸਪਲੇ ਕਰਦਾ ਉਹਨਾਂ ਨਾਲ ਰਲਦਾ ਨਹੀਂ ਤੇਰਾ ਕੰਮ, ਔਰ ਕਹਿੰਦੇ ਜਾਂ ਤਾਂ ਇੱਕੋ ਜਿਹੇ ਲੋਕੀ ਕਰੋ। ਮੈਂ ਉਹਨਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਮੈਨੂੰ ਤੁਹਾਡੀ ਗੱਲ ਮੇਰੇ ਸਮਝ 'ਚ ਨਹੀਂ ਆਈ। ਬਿਫੋਰ ਹੀ ਕੁਡ ਐਕਚੁਅਲੀ ਐਕਸਪਲੇਨ, ਉਹਨਾਂ ਨੂੰ ਦੁਨੀਆ ਉਹਨੂੰ ਕੁਦਰਤ ਉਹ ਸਾਡੇ ਤੋਂ ਦੂਰ ਲੈ ਗਈ। ਬਟ ਫਿਰ ਮੈਂ ਉਸ ਤੋਂ ਬਾਅਦ 2 ਸੋਲੋ ਸ਼ੋਅ ਵੀ ਕੀਤੇ ਆਪਣੇ, ਔਰ ਫਿਰ KP ਜੀ ਇੱਕ ਉਹਦੀ ਹੋਰ ਸਮੱਸਿਆ ਹੋ ਜਾਂਦੀ ਹੈ, ਉਹ ਜਿਹੜੇ ਸੋਲੋ ਸ਼ੋਅ ਕਰਦੇ ਉਹ ਜਿਹੜੇ ਫਰੇਮ ਹੋ ਜਾਂਦੇ, ਹੁਣ ਉਹ ਫਰੇਮ ਸਾਹਮਣੇ ਕਿੱਥੇ ਹੁੰਦੇ ਨੇ, ਉਹ ਘਰ ਦੇ ਰੌਲਾ ਪਾਉਂਦੇ ਵੀ ਤੂੰ ਕਈ ਵਾਰੀ ਕਹਿ ਦਿੰਦੇ ਨੇ ਮਜ਼ਾਕ 'ਚ ਵੀ ਘਰੇ ਤੂੰ ਸਾਡੀ ਸਪੇਸ ਰੋਕੀ ਹੋਈ ਹੈ, ਗੰਦ ਪਾਇਆ। ਸੋ ਉਹਦੇ ਵਿੱਚ ਜਿਹੜੀ ਹੁੰਦੀ ਆ, ਬਹੁਤ ਸਾਰੇ ਮੈਂ ਰਲ ਕੇ ਅਸੀਂ ਸ਼ੋਅਜ਼ ਕੀਤੇ ਆ। ਇੱਕ ਬਹੁਤ ਸਾਡਾ ਸਕਸੈਸਫੁਲ ਸ਼ੋਅ ਸੀਗਾ, ਉਹ ਬੜਾ ਖੂਬਸੂਰਤ ਥੀਮ ਸੀ, ਔਰ ਉਹ ਸ਼ਾਇਦ ਮਲਕੀਤ ਸਿੰਘ ਉਹਨਾਂ ਨੇ ਨਹੀਂ ਸੀ ਰਿਵਿਊ ਕੀਤਾ। ਮਨਾਲੀ ਤੋਂ ਲੈ ਕੇ ਸ਼੍ਰੀਨਗਰ ਤੱਕ ਜਿਹੜੀ ਲੇਹ ਦੀ ਸੜਕ ਹੈ ਸਾਰੀ, ਅਸੀਂ ਉਹ ਕੀਤੀ ਸੀ, ਮਨਾਲੀ ਟੂ ਸ਼੍ਰੀਨਗਰ ਜਰਨੀ ਅਲੋਂਗ ਦੀ ਟ੍ਰੈਚਰਸ ਰੋਡ। ਉਹ ਬਹੁਤ ਖਤਰਨਾਕ ਸੜਕ ਹੈ, ਦੁਨੀਆ ਦੇ ਜਿਹੜੀਆਂ ਖਤਰਨਾਕ ਸੜਕਾਂ, ਮੋਸਟ ਡੇਂਜਰਸ ਰੋਡ ਜਿਹੜੀ ਹੁੰਦੀਆਂ, ਹਾਂਜੀ, ਉਹਨਾਂ ਦੇ ਵਿੱਚ ਉਹਦੇ ਵਿੱਚ ਅਸੀਂ 6-7 ਫੋਟੋਗ੍ਰਾਫਰਸ ਨੇ ਅਲੱਗ-ਅਲੱਗ ਟਾਈਮ ਤੇ ਟਰੈਵਲ ਕਰਕੇ ਆਪਣੀਆਂ ਫੋਟੋਆਂ ਦਾ ਡਿਸਪਲੇ ਕੀਤਾ ਸੀ, ਔਰ ਬੜਾ ਇੱਥੇ ਆਈ ਥਿੰਕ ਯੂਨੀਕ ਐਕਸਪੈਰੀਮੈਂਟ ਸੀ। ਤੁਹਾਨੂੰ ਮਲਕੀਤ ਸਿੰਘ ਹਰਾਂ ਨੇ ਕਿਹਾ ਵੀ ਤੁਸੀਂ ਰਲਦੇ ਨਹੀਂਗੇ, ਰਲਦੇ ਤੁਸੀਂ ਹੁਣ ਵੀ ਨਹੀਂ ਪੱਤਰਕਾਰਤਾ ਦੇ ਵਿੱਚ, ਬਹੁਤਿਆਂ ਨਾਲ ਨਹੀਂ ਰਲਦੇ? ਉਹ ਨਹੀਂ, ਮੇਰੇ ਜਿਹੜੇ ਉਸਤਾਦ ਸੀ ਉਹਨਾਂ ਨੇ ਚੰਡਿਆ ਸਾਨੂੰ ਬੜਾ ਜਿਹਨੂੰ ਕਹਿੰਦੇ ਹੁੰਦੇ ਆ, ਮੇਰੇ ਫਾਦਰ ਵੀ ਕਹਿੰਦੇ ਹੁੰਦੇ, ਮੇਰੇ ਦੋਸਤ ਵੀ ਕਹਿੰਦੇ ਵੀ ਇਹ ਜਿਹੜੇ ਖੁਰਪਾ ਤੇ ਇਹੋ ਜਿਹੇ ਹੁੰਦੇ ਇਹ ਚੰਡੇ ਹੀ ਠੀਕ ਕੰਮ ਆਉਂਦੇ ਆ। ਸਾਨੂੰ ਵਾਕਈ ਜਿਵੇਂ ਖੁਰਪਾ ਚੰਡੀ ਦਾ ਉਵੇਂ ਹੀ ਚੰਡ ਕੇ ਬਣਾਇਆ। ਅੱਜ ਕੱਲ੍ਹ ਦੇ ਤਾਂ ਪੱਤਰਕਾਰਾਂ ਨੂੰ ਜੇ ਉਵੇਂ ਚੰਡਿਆ ਜਾਵੇ ਤਾਂ ਇੱਥੇ ਤਾਂ ਕੋਰਟ ਕੇਸ ਹੋ ਜਾਊਗਾ ਜੀ, ਵੀ ਸਾਡੇ ਨਾਲ ਵਾਇਲੈਂਸ ਹੋ ਗਈ, ਸਾਡੇ ਨਾਲ ਮਿਸਬਿਹੇਵੀਅਰ ਹੋ ਗਿਆ। ਮੇਰੇ ਉਸਤਾਦ ਮਰਹੂਮ ਸਰਦਾਰ ਗੁਰਦੀਪ ਸਿੰਘ ਸੀਗੇ, ਫਿਰ ਮੇਰੇ ਹੋਰ ਉਸਤਾਦ ਸੀਗੇ ਜੀ ਸੁਸ਼ੀਲ ਬਾਲੀ, ਉਹ PTI ਦੇ ਵਿੱਚ, ਦੋਨੋਂ PTI ਦੇ ਵਿੱਚ, ਜਿਨ੍ਹਾਂ ਨੇ ਮੈਨੂੰ ਬਹੁਤ ਸਾਰਾ ਪੱਤਰਕਾਰੀ ਦੇ ਵਿੱਚ। ਸਰਦਾਰ ਗੁਰਦੀਪ ਸਿੰਘ ਦੀ ਤਾਂ ਆਪਣੀ ਟ੍ਰੇਨਿੰਗ ਨਹੀਂ ਸੀਗੀ ਪੱਤਰਕਾਰੀ ਦੇ ਵਿੱਚ, ਪਰ ਖਬਰਾਂ ਲਿਖਣੀਆਂ ਉਹਨਾਂ ਨੇ ਸਿਖਾਈਆਂ, ਔਰ ਜਿੱਥੇ ਕਿਤੇ ਹੋਣਾ ਔਖਾ ਟਾਈਮ ਹੋਣਾ ਉਹਨਾਂ ਨੇ ਛੁੱਟੀ ਲੈ ਕੇ ਬਹਿ ਜਾਣਾ। PTI ਦੇ ਵਿੱਚ ਹੁੰਦੇ ਸੀ, ਮੈਂ ਕਹਿਣਾ ਭਾਜੀ ਮੈਂ ਕਿਵੇਂ ਕਰੂੰਗਾ, ਕਹਿੰਦੇ ਮੈਨੂੰ ਨਹੀਂ ਪਤਾ, ਮੈਂ ਤਾਂ ਛੁੱਟੀ ਲੈ ਲਈ, ਕਹਿੰਦੇ ਕੱਲ੍ਹ ਨੂੰ ਦਫ਼ਤਰ ਤੋਂ ਗਾਲਾਂ ਤੂੰ ਸੁਣੀ। ਅੱਛਾ, ਉਹਨਾਂ ਨੇ ਮੈਨੂੰ ਇਸ ਤਰ੍ਹਾਂ ਚੰਡਿਆ, ਔਰ ਅੱਜ ਕੱਲ੍ਹ ਨਹੀਂ। ਸੋ ਜਿਹੜੀ ਐਡਵਰਸਿਟੀ ਸੀ, ਆਈ ਥਿੰਕ ਜਿਹੜੀ ਸਾਡਾ ਬਹੁਤ ਸਾਰੇ ਜਰਨਲਿਸਟ ਜਿਹੜੇ ਉਸ ਦੌਰ 'ਚੋਂ ਨਿਕਲ ਕੇ ਆਏ, ਉਸ ਤੋਂ ਪਹਿਲਾਂ ਜਿਹੜੀ ਨੈਕਸਲਾਈਟ ਮੂਵਮੈਂਟ ਸੀਗੀ ਉਹਦੇ ਵਿੱਚੋਂ ਬਹੁਤ ਸਾਰੇ ਜਰਨਲਿਸਟ ਪੈਦਾ ਹੋਏ ਸੀ, ਉਹਨਾਂ ਦਾ ਵੀ ਥਾਟ ਅਲੱਗ ਡਿਫਰੈਂਟ ਸੀਗਾ ਜੀ। ਹੁਣ ਜਿਹੜੇ ਪੰਜਾਬ ਦੇ ਵਿੱਚ ਔਖੇ ਟਾਈਮ 'ਚੋਂ ਨਿਕਲ ਕੇ ਆਏ ਉਹ ਸੀਗੇ। ਹੁਣ ਜਿਹੜੀ ਮਾਡਰਨ ਪੱਤਰਕਾਰੀ ਹੈ ਨਾ ਜੀ, ਇਹਨਾਂ ਨੂੰ ਮੈਂ ਤਾਂ ਇਹ ਕਹਿਣਾ ਜੀ, ਇਹਨਾਂ ਨੂੰ ਜਿਹੜੇ ਨਿਊਜ਼ ਆਰਗੇਨਾਈਜੇਸ਼ਨਸ ਨੇ ਭਾਰਤ ਦੀਆਂ, ਉਹਨਾਂ ਨੇ ਲੈਟ ਡਾਊਨ ਕੀਤਾ, ਉਹਨਾਂ ਨਾਲ ਧਰੋਹ ਕੀਤਾ, ਜਿਹੜੇ ਪੱਤਰਕਾਰਾਂ ਦੇ ਨਾਲ ਧੋਖਾ। ਪੱਤਰਕਾਰਤਾ ਕ੍ਰਾਈਸਿਸ 'ਚ, ਪੱਤਰਕਾਰਤਾ ਕ੍ਰਾਈਸਿਸ 'ਚ ਇੱਕ ਕ੍ਰਾਈਸਿਸ ਤੁਸੀਂ ਐਡਮਿਟ ਕੀਤਾ? ਹਾਂਜੀ, ਉਹ ਕ੍ਰਾਈਸਿਸ ਪੱਤਰਕਾਰਾਂ ਦਾ ਨਹੀਂ ਹੈ, ਉਹ ਇਹਨਾਂ ਦਾ ਕ੍ਰੀਏਟ ਕੀਤਾ ਨਹੀਂ ਹੋਇਆ, ਇਹ ਹੈਗਾ ਜੀ ਇਹਨਾਂ ਦੇ ਉੱਤੇ ਥੋਪਿਆ ਗਿਆ। ਔਰ ਸਾਡੇ ਸਿਸਟਮ ਦਾ ਨਾ, ਇਹਨਾਂ ਮਾਲਕਾਂ ਦਾ ਸਿਸਟਮ ਦੇ ਇੰਨਾ ਨਹੀਂ ਪਾਇਆ, ਮਾਲਕਾਂ ਨੇ ਕੀਤਾ, ਜਿਹੜੀ ਇੰਨੀ ਕਮਰਸ਼ਲਾਈਜੇਸ਼ਨ ਕੀਤੀ ਹੈ। ਔਰ ਸਿਸਟਮ ਦਾ ਦੋਸ਼ ਘੱਟ ਮੰਨਦੇ ਤੁਸੀਂ? ਸਿਸਟਮ ਦਾ ਬਹੁਤ ਘੱਟ ਮੰਨਦਾ, ਕਿਉਂਕਿ ਜਿਹੜੀ ਹੋੜ ਮੱਚੀ ਨਾ ਜੀ, ਵੀ ਹਾਂਜੀ ਅਸੀਂ ਪ੍ਰੋਫਿਟ ਹੀ ਕਮਾਉਣਾ, ਔਰ ਇਹਨਾਂ ਨੇ ਜਿਹੜਾ ਜਰਨਲਿਸਟ ਹੈਗਾ ਉਹ ਇਨਕਨਵੀਨੀਅੰਟ ਹੋ ਗਿਆ ਮਾਲਕਾਂ ਨੂੰ, ਜਿਹੜੇ ਅਦਾਰਿਆਂ ਦੇ ਮਾਲਕ ਨੇ ਉਹਨਾਂ ਨੂੰ। ਜਿਹੜਾ ਜਰਨਲਿਸਟ ਇੰਡੀਪੈਂਡੈਂਟ ਜਰਨਲਿਸਟ ਸੀ ਉਹ ਇਨਕਨਵੀਨੀਅੰਟ ਹੋ ਗਿਆ। ਤੁਸੀਂ ਦੇਖੋ ਉਹਨਾਂ ਨੂੰ ਹਾਸ਼ੀਏ ਤੇ ਕਰਕੇ ਜਾਂ ਬਾਹਰ ਕੱਢਦੇ ਹੋ। ਫਿਰ ਜੀ ਯੰਗ ਮੁੰਡੇ ਜਿਹੜੇ ਸੀਗੇ ਜੀ, ਜਿਹੜੇ ਨੌਕਰੀਆਂ ਲੱਭ ਰਹੇ ਸੀ, ਉਹ ਲਿਆਂਦੇ ਜਿਨ੍ਹਾਂ ਨੂੰ ਪਤਾ ਹੀ ਕੱਖ ਨਹੀਂ ਸੀ। ਹੁਣ ਜਿਹੜੇ ਸਾਡੇ ਟਾਈਮ ਤੇ ਸੀ, ਸਾਨੂੰ ਜਿਹੜਾ ਇੰਟਰਫੇਸ ਮਿਲਦਾ ਸੀ, ਅਸੀਂ ਸੀਨੀਅਰਸ ਦੇ ਨਾਲ ਕੰਮ ਕਰਦੇ ਸੀ, ਉਹ ਤੁਹਾਨੂੰ ਉਂਗਲੀ ਫੜ ਕੇ ਚਲਾਉਂਦੇ ਸੀ, ਔਰ ਚੰਡਦੇ ਵੀ ਸੀ।
ਗਲਤੀ ਦੇ ਉੱਤੇ ਡਾਂਟਦੇ ਵੀ। ਹੁਣ ਉਹ ਸੀਨੀਅਰ ਤਾਂ ਕੱਢ ਕੇ ਬਾਹਰ ਮਾਰੇ, ਔਰ ਇਹਨਾਂ ਨੇ ਮਾਲਕਾਂ ਨੂੰ ਇਹ ਸੀਗਾ ਜੀ ਅਸੀਂ ਆਹ ਜਿਹੜੇ ਜਰਨਲਿਸਟ ਨੇ ਇਹਨਾਂ ਨੂੰ ਵਰਤਾਂਗੇ, ਚਾਹੇ ਬਲੈਕਮੇਲ ਕਰ ਲਓ, ਚਾਹੇ ਜਿਵੇਂ ਮਰਜ਼ੀ ਕਹਿ ਲਓ, ਉਹ ਵਰਤ ਕੇ ਕਿਸੇ ਨੂੰ ਡਰਾ ਧਮਕਾ ਕੇ ਅਸੀਂ ਪ੍ਰੋਫਿਟ ਜਿਹੜਾ ਹੈਗਾ ਕਿਸੇ ਨਿਊਜ਼ ਆਰਗੇਨਾਈਜੇਸ਼ਨ ਦਾ ਜਿਹੜਾ ਮੋਟਿਵ ਆ ਉਹ ਪ੍ਰੋਫਿਟ ਹੋ ਜੇ, ਫਿਰ ਉਹ ਕ੍ਰਾਈਸਿਸ ਇਸ ਲਈ ਬਣ ਜਾਂਦਾ। ਇੱਕ ਹੋਰ ਛੋਟਾ ਵਕਫਾ ਲਊਂਗਾ ਪੰਦੇਰ ਸਾਹਿਬ ਤੇ ਵਾਪਸ ਆਵਾਂਗੇ। ਪੰਦੇਰ ਸਾਹਿਬ ਨੇ ਰੀਸੈਂਟਲੀ ਕੁਝ ਕਮੈਂਟਸ ਇਹੋ ਜਿਹੇ ਕੀਤੇ ਆ ਜਿਹੜੇ ਉਹਨਾਂ ਨੂੰ ਪੱਤਰਕਾਰਤਾ ਦੀ ਇੱਕ ਅਲੱਗ ਕਤਾਰ ਵਿੱਚ ਖੜਾ ਕਰਦੇ ਆ। ਹੁਣ SYL ਤੇ ਪੰਜਾਬ ਵਿੱਚ ਬਹਿਸ ਛਿੜੀ ਹੋਈ ਹੈ। SYL ਉਹ ਇਸ਼ੂ ਹੈ ਜਿਹਨੂੰ ਪੰਜਾਬ ਭੁੱਲਦਾ ਤੇ ਫਿਰ ਪੰਜਾਬ ਨੂੰ ਯਾਦ ਕਰਾਇਆ ਜਾਂਦਾ। ਖਾਲਿਸਤਾਨ ਉਹ ਇਸ਼ੂ ਹੈ ਜਿਹਦਾ ਪੰਜਾਬ ਵਿੱਚ ਵਜੂਦ ਨਹੀਂ ਹੈਗਾ, ਫਿਰ ਪੰਜਾਬ ਨੂੰ ਯਾਦ ਕਰਾਇਆ ਜਾਂਦਾ। ਪੰਜਾਬ ਨੂੰ ਭੜਕਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ। ਪੰਦੇਰ ਸਾਹਿਬ ਕਹਿੰਦੇ ਆ ਕਿ ਪੰਜਾਬ ਦੀ ਅਣਖ ਮਰੀ ਨਹੀਂ ਹੋਈ, ਪੰਜਾਬ ਜਿਹੜਾ ਇੱਕ ਵੱਖਰੇ ਦੌਰ ਦੇ ਵਿੱਚੋਂ, ਇੱਕ ਚੇਂਜ ਦੇ ਦੌਰ ਵਿੱਚੋਂ ਹਮੇਸ਼ਾ ਨਿਕਲਦਾ। ਪਰ ਹੁਣ ਪੰਜਾਬ ਦੇ ਵਿੱਚ ਜਿਹੜੇ ਇਸ਼ੂ ਰੱਖੇ ਜਾ ਰਹੇ ਆ, ਸਾਡੇ ਯੂਥ ਦੇ ਅੱਗੇ ਜਿਹੜੇ ਇਸ਼ੂ ਰੱਖੇ ਜਾ ਰਹੇ ਆ, ਉੱਥੇ ਹੀਰੋ ਕੌਣ ਬਣਾਇਆ ਜਾ ਰਿਹਾ, ਸਵਾਲ ਇਹੀ ਹੈ। ਵਾਪਸ ਆ ਰਿਹਾ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਸਰਜੀਤ ਪੰਦੇਰ ਹਰਾਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ। ਪੰਦੇਰ ਸਾਹਿਬ, ਤੁਸੀਂ SYL ਜਦੋਂ ਮੈਂ ਗਾਣੇ ਦਾ ਹੀ ਜ਼ਿਕਰ ਕਰ ਰਿਹਾ, ਜਿਹੜਾ ਇਸ ਵਕਤ ਸਿੱਧੂ ਮੂਸੇਵਾਲੇ ਦੇ ਗਾਣੇ ਦਾ ਜ਼ਿਕਰ ਪੂਰੇ ਪੰਜਾਬ ਵਿੱਚ ਹੋ ਰਿਹਾ, ਤੁਸੀਂ ਉਹਦੇ ਤੇ ਜਦੋਂ ਲਿਖਿਆ ਤੁਹਾਡਾ ਵਿਰੋਧ ਹੋਇਆ, ਕੀ ਇਹੋ ਜਿਹਾ ਲਿਖਤਾ ਸੀ ਤੁਸੀਂ? ਪਹਿਲੀ ਗੱਲ ਤਾਂ ਪੰਜਾਬ ਦੇ ਵਿੱਚ ਅੱਜ ਕੱਲ੍ਹ ਇਹ ਨਵਾਂ ਟ੍ਰੈਂਡ ਆਇਆ ਕਿ ਅਸੀਂ ਪਹਿਲਾਂ ਕਾਫੀ ਆ ਇੱਕ ਜਿਹੜਾ ਇੱਕ ਸੈਕਸ਼ਨ ਦੇ ਵਿੱਚ ਪਰਸਨੈਲਿਟੀ ਡਰਿਵਨ ਹੀ ਰਹਿੰਦਾ, ਔਰ ਕਮਾਲ ਦੀ ਗੱਲ ਆ ਇਹ ਜਿਹੜਾ ਸੈਕਸ਼ਨ ਹੈ ਇੱਕ ਪਰਸਨੈਲਿਟੀ ਦੇ ਨਾਲ ਨਹੀਂ ਰਹਿੰਦਾ, ਇਹ ਰੋਜ਼ ਆਪਣੀ ਪਰਸਨੈਲਿਟੀ ਚੇਂਜ ਕਰ ਲੈਂਦੇ ਜਿਹਦੇ ਨਾਲ ਇਹਨਾਂ ਨੇ ਲਾਇਲਟੀ ਕਰਨੀ ਹੁੰਦੀ ਹੈ। ਸੋ ਉਹ ਉਹਨਾਂ ਦੀ ਇੱਕ ਆਦਤ ਵੀ ਆ। ਅੱਜ ਕੱਲ੍ਹ ਸੋਸ਼ਲ ਮੀਡੀਆ ਇੰਨੇ ਉਹਨਾਂ ਨੇ ਜਿਹੜੇ ਅਸੀਂ ਵਿਊਜ਼ ਐਕਸਪ੍ਰੈਸ਼ਨ ਜਿਹੜਾ ਅਸੀਂ ਗੱਲ ਕਰਦੇ ਹਾਂ ਫਰੀडम ਆਫ ਐਕਸਪ੍ਰੈਸ਼ਨ ਨੂੰ ਇੰਨੀ ਕੁ ਡੈਮੋਕਰੇਟਾਈਜ਼ ਕਰਤਾ ਕਿ ਤੁਸੀਂ ਕੁਝ ਵੀ ਕਹਿ ਸਕਦੇ ਹੋ, ਗਾਲਾਂ ਵੀ ਕੱਢ ਸਕਦੇ ਹੋ। ਸੋ ਕੱਢਦੇ ਆ ਲੋਕੀ, ਮੈਨੂੰ ਉਹਦਾ ਕੋਈ ਬੜਾ ਫਰਕ ਨਹੀਂ ਪੈਂਦਾ ਗਾਲਾਂ ਕੱਢਦੇ ਤੇ। ਹੁਣ SYL ਦਾ ਜਿਹੜਾ, ਮੈਨੂੰ ਪਹਿਲੀ ਗੱਲ ਬਹੁਤ ਹੀ ਜ਼ਿਆਦਾ ਅਫਸੋਸ ਹੈ ਕਿ ਸਿੱਧੂ ਮੂਸੇਵਾਲੇ ਦਾ ਇਸ ਤਰ੍ਹਾਂ ਕਤਲ ਕੀਤਾ ਜਾਵੇ। ਮੈਂ ਜਿਹੜੀ ਪੋਲੀਟਿਕਸ, ਜਦੋਂ ਤੁਸੀਂ ਜਮਹੂਰੀਅਤ ਦੀ ਗੱਲ ਕਰਦੇ ਹੋ, ਮੈਂ ਹਥਿਆਰਬੰਦ ਲੜਾਈ ਦੇ ਸੰਘਰਸ਼ ਦੇ ਖਿਲਾਫ ਹਾਂ। ਬੇਸ਼ੱਕ ਲੋਕੀ ਲੜਦੇ ਆ, ਭਗਤ ਸਿੰਘ ਸਾਡਾ ਹੀਰੋ ਹੈ, ਸਭ ਕੁਛ ਹੈ, ਉਹ ਦੌਰ ਹੋਰ ਸੀ। ਹੁਣ ਜਿਹੜੀ ਜਮਹੂਰੀਅਤ ਜਿਸ ਤਰ੍ਹਾਂ ਸਾਡੀ ਡਿਵੈਲਪ ਹੁੰਦੀ ਜਾ ਰਹੀ ਹੈ, ਉਹਦੇ ਵਿੱਚ ਮੈਂ ਹਥਿਆਰਾਂ ਦਾ ਰੋਲ ਬਿਲਕੁਲ ਹੀ, ਜਾਂ ਹਥਿਆਰ ਇਹ ਸਾਡੇ ਨਵੇਂ ਨੇ। ਸਾਡਾ ਹਥਿਆਰ ਕੀ ਹੈ? ਸਾਡੇ ਨੌਲੇਜ ਆ। ਸਾਡੇ ਹਥਿਆਰ ਕੀ ਨੇ? ਕੰਪਿਊਟਰਸ ਨੇ, ਸਾਡੇ ਜਿਹੜਾ ਮੋਬਾਈਲ ਫੋਨ ਹੈ ਜਿਹਦੇ 'ਤੇ ਅਸੀਂ ਗੂਗਲ ਸਾਡਾ ਹਥਿਆਰ ਹੈ। ਸੋ ਇਹਦੇ ਜਿਹੜੀ ਜੇ ਤੁਸੀਂ ਇਹਦੇ ਪਾਸੇ ਗੱਲ ਕਰਦੇ ਹੋ ਕਿ ਅਸੀਂ ਵਿਚਾਰ ਆਪਸ ਵਿੱਚ ਟਕਰਾਉਣ, ਐਬਸੋਲੂਟਲੀ ਫਾਈਨ। ਸਿੱਧੂ ਮੂਸੇਵਾਲਾ ਕੁਝ ਆਪਣੇ ਵਿਚਾਰ ਰੱਖ ਰਿਹਾ ਸੀ ਕਿ ਉਹਨੂੰ ਜਿਹੜਾ ਉਹ ਇੱਕ ਯੰਗ, ਉਹਨੂੰ ਤਾਂ ਜਿਹੜਾ ਮਾਰਿਆ ਜਿਹੜਾ ਧੱਕਾ ਉਹਦੇ ਮਾਂ-ਪਿਓ ਦੇ ਨਾਲ ਹੋਇਆ, ਉਹ ਨਾਕਾਬਲੇ ਬਰਦਾਸ਼ਤ ਹੈ। ਕਿਉਂਕਿ ਮੈਂ ਸਮਝ ਸਕਦਾ ਕਿ ਮੇਰੇ ਵੀ ਬੱਚੇ ਉਸੇ ਉਮਰ ਦੇ ਨੇ, ਅਤੇ ਜਦੋਂ ਸੋਚੀਦਾ ਬੈਠੀਦਾ ਵੀ ਜੇ ਕੱਲ੍ਹ ਨੂੰ ਇਹ ਭਾਣਾ ਸਾਡੇ 'ਤੇ ਵਰਤਦਾ ਤੇ ਬਰਦਾਸ਼ਤ ਕਿਵੇਂ ਕਰਨਾ ਸੀ। ਪਰ ਹੁਣ ਆਉਂਦੀ ਹੈ ਜੀ SYL ਦੀ। ਹੁਣ SYL ਜਿਹੜਾ ਉਹ ਗੱਲ ਕਰਦਾ, ਉਹ ਗਾਣਾ ਗਾਉਂਦਾ, ਪਹਿਲੀ ਗੱਲ ਫਿਰ ਮੈਨੂੰ ਐਕਸੈਪਟ ਕਰਨ 'ਚ ਇਹਦੇ 'ਚ ਕੋਈ ਗੁਰੇਜ਼ ਨਹੀਂ। ਮੈਂ ਬਹੁਤ ਹੀ ਬੇਸੁਰਾ ਆਦਮੀ ਹਾਂ, ਮੈਨੂੰ ਸੁਰਾਂ ਦਾ ਕੁਝ ਨਹੀਂ ਪਤਾ। 8ਵੀਂ 9ਵੀਂ 7ਵੀਂ 8ਵੀਂ ਸੀਗਾ ਜੀ, ਮੈਨੂੰ ਸਕੂਲ 'ਚ ਮੇਰੇ ਮਿਊਜ਼ਿਕ ਟੀਚਰ ਨੇ ਕਲਾਸ 'ਚੋਂ ਕੱਢਤਾ, ਕਹਿੰਦਾ ਤੈਨੂੰ ਸੁਰ ਤਾਲ ਦਾ ਤੇਰਾ ਕੋਈ ਨਹੀਂ, ਤੂੰ ਨਾ ਹੀ ਆਇਆ ਕਰ, ਤੂੰ ਆਪਣੀ ਮੌਜ ਮੂਜ ਕਰਿਆ ਕਰ, ਸਕੂਲ 'ਚ ਜਾ ਕੇ ਆਪਣਾ ਗੇੜਾ ਗੂੜਾ ਕੱਢਿਆ ਕਰ। ਮੈਨੂੰ ਗੀਤ ਦਾ ਨਹੀਂ ਪਤਾ ਜੀ, ਉਹਦੇ ਸੰਗੀਤ ਦਾ ਨਹੀਂ ਪਤਾ, ਲਿਰਿਕਸ ਦੇ ਬਾਰੇ ਜ਼ਰੂਰ ਮੈਂ ਕਹਿ ਸਕਦਾ। ਪਰ ਹੁਣ SYL ਜਿਹੜਾ ਉਹ ਗੱਲ ਕਰ ਰਹੇ ਆ, ਜਿਸ ਸੰਦਰਭ ਦੇ ਵਿੱਚ ਅਸੀਂ SYL ਅਸੀਂ ਤੁਪਕਾ ਨਹੀਂ ਦੇਣਾ, ਉਹਦੀ ਗੱਲ ਕਰ ਰਹੇ ਆ। ਔਰ ਜਦੋਂ SYL ਦਾ ਮੁੱਦਾ ਜਦੋਂ ਬਣ ਕੇ ਸਾਹਮਣੇ ਆਇਆ ਸੀ, ਉਹ 1980 ਦਾ ਦਹਾਕਾ ਸੀ, ਜਦੋਂ ਇੰਦਰਾ ਗਾਂਧੀ ਨੇ ਆ ਕੇ ਕਪੂਰੀ ਤੇ ਟੱਕ ਲਾਇਆ ਸੀ। ਉਹਨਾਂ ਦਿਨਾਂ ਦੇ ਵਿੱਚ ਤੇ ਹੁਣ ਦੇ ਦਿਨਾਂ ਦੇ ਵਿੱਚ ਇਸ ਵੇਲੇ ਜ਼ਮੀਨ ਅਸਮਾਨ ਦੀ ਜਿਹੜਾ ਹੈਗਾ ਜ਼ਮੀਨੀ ਹਕੀਕਤ ਬਦਲ ਚੁੱਕੀ ਹੈ। ਉਹਨਾਂ ਦਿਨਾਂ ਦੇ ਵਿੱਚ KP ਜੀ, ਮੈਂ ਥੋੜ੍ਹਾ ਜਿਹਾ ਇਹਨੂੰ ਜਿਹੜਾ ਹੈਗਾ ਇਲੈਬੋਰੇਟ ਕਰਨਾ ਚਾਹੂੰਗਾ। ਉਹਦੇ ਵਿੱਚ ਜਿਹੜੀ ਇਕੋਨਮੀ ਸੀ ਸਾਡੀ, ਉਹ ਇਕੋਨਮੀ ਪ੍ਰੋਡਕਸ਼ਨ ਦੇ ਉੱਤੇ ਨਿਰਭਰ ਕਰਦੀ ਸੀ। ਤੁਸੀਂ ਜ਼ਿਆਦਾ ਪ੍ਰੋਡਿਊਸ ਕਰੋਗੇ, ਜ਼ਿਆਦਾ ਤੁਹਾਡਾ ਪ੍ਰੋਫਿਟ ਹੋਊਗਾ, ਔਰ ਜ਼ਿਆਦਾ ਪ੍ਰੋਡਿਊਸ ਕਰਨ ਵਾਸਤੇ ਤੁਹਾਨੂੰ ਰਿਸੋਰਸਿਸ ਜ਼ਿਆਦਾ ਚਾਹੀਦੇ ਸੀ। ਔਰ ਖੇਤੀ ਵਾਸਤੇ ਰਿਸੋਰਸਿਸ ਕੀ ਸੀ? ਜ਼ਮੀਨ ਔਰ ਪਾਣੀ। ਸੋ ਉਸ ਵੇਲੇ ਜਿਹੜੀ SYL ਸੀ, ਪੰਜਾਬ 'ਚੋਂ ਪਾਣੀ ਬਾਹਰ ਲੈ ਕੇ ਜਾਣਾ, ਇਹਦਾ ਮਤਲਬ ਪੰਜਾਬ ਦੀ ਪ੍ਰੋਡਕਸ਼ਨ ਇਫੈਕਟ ਹੋਣੀ ਸੀ। ਸੋ ਉਹਦਾ ਉਸ ਵੇਲੇ ਦਾ ਜਿਹੜਾ ਸੀਗਾ ਸੱਚ ਉਹ ਸੀਗਾ। ਜਿਹੜਾ ਹੁਣ ਹੈ, ਹੁਣ ਜਿਹੜੀ ਮੈਂ ਪਹਿਲਾਂ ਗੱਲ ਕਰਦਾ, ਜਿਹੜੀਆਂ ਮੰਡੀ ਦੀਆਂ ਤਾਕਤਾਂ, ਮਾਰਕੀਟ ਫੋਰਸਿਸ ਨੇ ਸਾਰੀ ਸਿਚੁਏਸ਼ਨ ਇਹ ਚੇਂਜ ਕਰਤੀ। ਹੁਣ ਗੱਲ ਇਹ ਹੈ, ਜਿੰਨੇ ਕੁ ਵੀ ਰਿਸੋਰਸਿਸ ਨੇ ਮੇਰੇ ਕੋਲ, ਮੈਂ ਉਹਦੇ ਨਾਲ ਜੋ ਵੀ ਕੁਝ ਪ੍ਰੋਡਿਊਸ ਕਰਦਾ,
ਹੁਣ ਕਿਸਾਨੀ ਦਾ ਜਿਹੜਾ ਸਾਡੇ ਅਸੀਂ ਇਹ ਕਹਿੰਦੇ ਜਿਹੜੀ ਸਾਹਮਣੇ ਤੁਸੀਂ ਇਹਨੂੰ ਕ੍ਰਾਈਸਿਸ ਕਹਿ ਲਓ ਜਾਂ ਉਹਨਾਂ ਦੇ ਵਾਸਤੇ ਸਾਹਮਣੇ ਦਿੱਕਤ ਦੀ ਗੱਲ ਕੀ ਆ ਰਹੀ ਆ, ਉਹ ਇਹ ਆ ਜਾਂ ਖੜੋਤ ਕਿਉਂ ਆ ਰਹੀ ਆ, ਉਹ ਇਹ ਆ ਕਿ ਜਿਹੜਾ ਮੈਂ ਪ੍ਰੋਡਿਊਸ ਕਰਦਾ ਆਪਣੇ ਖੇਤਾਂ ਦੇ ਵਿੱਚ, ਮੈਂ ਉਹਨੂੰ ਵੇਚਾਂ ਕਿੱਥੇ, ਤਾਂ ਕਿ ਮੈਨੂੰ ਜਿਹੜਾ ਹੈਗਾ ਮੁਨਾਫਾ, ਮੇਰੀ ਖੇਤੀ ਮੁਨਾਫੇ ਲਾਇਕ ਧੰਦਾ ਬਣ ਜੇ, ਮੈਨੂੰ ਪ੍ਰੋਫਿਟ ਮਿਲੇ। ਜਿਹੜਾ ਸਾਰੇ ਧੰਦੇ ਪ੍ਰੋਫਿਟ ਦੇ ਹੈਗੇ, ਖੇਤੀ ਨਹੀਂ ਹੈ। ਹੁਣ ਤਾਂ ਗੱਲ ਜਿਹੜੀ ਹੈਗੀ ਆ ਵੀ ਮੇਰੇ ਪ੍ਰੋਡਿਊਸ ਵਿਕੂਗਾ ਕਿੱਥੇ, ਸੋ ਮੇਰੀ ਮਾਰਕੀਟ ਕਿੱਥੇ। ਸੋ ਇਸੇ ਲਈ ਪੰਜਾਬ ਦੇ ਵਿੱਚ ਤੁਹਾਨੂੰ ਇਹ ਦੇਖੋ ਕੋਈ ਨਜ਼ਰ ਨਹੀਂ ਆਉਂਦੀ। ਦੂਸਰੀ ਗੱਲ ਹੈਗੀ ਆ ਕਿ ਇਹ ਗਾਣਾ ਆਇਆ ਸ਼ਾਇਦ ਜੇ ਸਿੱਧੂ ਮੂਸੇਵਾਲਾ ਜਿਉਂਦਾ ਹੁੰਦਾ ਇਹਨੂੰ ਇੰਨੀ ਜਿਹੜੀ ਹੈਗੀ ਇੰਪੋਰਟੈਂਸ ਨਾ ਮਿਲਦੀ, ਉਹਦੇ ਮਰਨ ਕਰਕੇ ਜ਼ਿਆਦਾ ਇੰਪੋਰਟੈਂਸ ਮਿਲੀ ਹੈ ਵੀ ਇਹਦੇ ਉੱਤੇ ਕੰਮ ਕਰ ਰਿਹਾ ਸੀ। ਦੂਸਰੀ ਗੱਲ ਇਹ ਹੈ ਕਿ ਜਿਹੜਾ ਕਿਸਾਨੀ ਅੰਦੋਲਨ, ਮੈਂ ਵਾਰ-ਵਾਰ ਉੱਥੇ ਜਾਊਂਗਾ ਕਿਉਂਕਿ ਮੇਰੇ ਵਾਸਤੇ ਬਹੁਤ ਵੱਡਾ ਮੀਲ ਪੱਥਰ ਮੈਂ ਉਹਨੂੰ ਦੇਖ ਰਿਹਾ। ਮੇਰੀ ਪੱਤਰਕਾਰਿਤਾ ਦੇ ਜੀਵਨ ਦੇ ਵਿੱਚ ਦੋ ਵੱਡੇ ਜਿਹੜੇ ਹੈਗੇ ਇਨਸੀਡੈਂਟਸ ਨੇ। ਇੱਕ ਤਾਂ ਪੰਜਾਬ ਦਾ ਜਿਹੜਾ ਸੀਗਾ ਜੀ ਵਾਇਲੈਂਸ ਦਾ ਜਿਹੜਾ ਮਾਹੌਲ ਸੀ ਉਹ, ਦੂਸਰਾ ਜਿਹੜਾ ਹੈਗਾ ਕਿਸਾਨੀ ਅੰਦੋਲਨ ਦਾ 1 ਸਾਲ। ਕਿਸਾਨੀ ਅੰਦੋਲਨ ਦੇ ਵਿੱਚ ਜਿਹੜਾ ਭਾਈਚਾਰਕ ਸਾਂਝ ਦੇ ਵਿੱਚ ਉਹ ਕਹਿ ਰਹੇ ਸੀ ਕਿ ਜੀ ਜਿਹੜੀ ਇਹ ਸਿਆਸੀ ਪਾਰਟੀਆਂ ਤੁਸੀਂ ਪਰੇ ਹੋ ਜਾਓ, ਅਸੀਂ ਇਹ ਮੁੱਦੇ ਆਪਸ 'ਚ ਅਸੀਂ ਨਜਿੱਠ ਲਾਂਗੇ। ਇਹ ਜਿਹੜੀ ਸੀਗੀ ਸਿਆਸੀ ਪਾਰਟੀਆਂ ਦੇ ਹਲਕ ਦੇ ਥੱਲੇ ਉਹ ਲੰਘ ਨਹੀਂ ਰਹੀ ਬਈ ਇਹ ਲੋਕੀ ਬੈਠ ਕੇ ਜੀ ਹੱਲ ਕਰ ਲੈਣਗੇ। ਅਸੀਂ ਤਾਂ ਇਸ ਦੇ ਉੱਤੇ ਪੋਲਰਾਈਜ਼ ਕਰਨਾ ਲੋਕਾਂ ਨੂੰ, ਅਸੀਂ ਤਾਂ ਪੰਜਾਬੀਆਂ ਨੂੰ ਤੇ ਹਰਿਆਣਵੀਆਂ ਨੂੰ ਪੋਲਰਾਈਜ਼ ਕਰਨਾ, ਪੋਲਰਾਈਜ਼ ਕਰਕੇ ਜੀ ਫਿਰ ਅਸੀਂ ਵੋਟਾਂ ਲੈਣੀਆਂ। ਹੁਣ ਉਹ ਕਹਿੰਦੇ ਜੀ ਅਸੀਂ ਆਪੇ ਸਾਂਭ ਲਾਂਗੇ। ਹੁਣ ਜਿਹੜਾ ਇਹ ਮੁੱਦਾ ਜਿਹੜਾ ਇਹਦੇ ਵਿੱਚ ਆਉਂਦਾ, ਉਹ ਕਹਿੰਦਾ ਜੀ ਤੁਪਕਾ ਨਹੀਂ ਦੇਣਾ, ਉਹ ਇੱਕ ਇਮੇਜਰੀ ਬਣ ਰਹੀ ਹੈ, ਉਹ ਪੁਰਾਣੀ ਹੋਈ। ਜਿਹੜਾ ਉਦੋਂ ਕਹਿੰਦੇ ਸੀ ਅਸੀਂ ਇੱਥੇ ਕਿਸੇ ਨੇ ਉਦੋਂ ਕਹਿੰਦੇ ਇਹ 'ਚ ਲਹੂ ਬਹਾ ਦਿਆਂਗੇ ਬਈ ਜੇ ਤੁਸੀਂ SYL ਬਣਾਈ ਤਾਂ ਇਹਦੇ 'ਚ ਲਹੂ ਬਹਾ ਦਿਆਂਗਾ। ਔਰ ਇਹਦੇ ਵਿੱਚ ਜਿਹੜੇ ਗਾਣੇ ਦੇ ਵਿੱਚ ਫਿਰ ਬਲਵਿੰਦਰ ਜਟਾਣੇ ਦੀ ਗੱਲ ਆਉਂਦੀ ਆ। ਬਲਵਿੰਦਰ ਜਟਾਣਾ ਦਾ ਇੱਕ ਤਾਂ ਜਿਹੜੀ ਹੁਣ ਅੱਜ ਕੱਲ੍ਹ ਗੱਲ ਕਰਦੇ ਆ ਉਹ ਜਿਹੜੇ ਇੰਜੀਨੀਅਰ SYL ਦੇ ਮਾਰੇ ਤਾਂ ਉਹਦੇ ਨਾਲ SYL ਦੀ ਕੰਸਟਰਕਸ਼ਨ ਰੋਕੀ ਗਈ। ਦੂਸਰੇ ਨਾਲ ਦੀ ਨਾਲ ਹੁਣ ਦੋ ਪਾਸੇ ਦੀਆਂ ਗੱਲਾਂ ਨੇ। ਕੁਛ ਤਾਂ ਕਹਿੰਦੇ ਜੀ ਬਲਵਿੰਦਰ ਜਟਾਣੇ ਦੇ ਗਰੁੱਪ ਨੇ ਕੀਤਾ, ਕੁਛ ਕਹਿੰਦੇ ਜੀ ਏਜੰਸੀਆਂ ਨੇ ਕੀਤਾ। ਸੋ ਹਾਲੇ ਤੱਕ ਕਿਉਂਕਿ ਸੱਚ ਪੰਜਾਬ ਦੇ ਉਸ ਦਿਨਾਂ ਦਾ ਵੀ ਨਹੀਂ ਸਾਹਮਣੇ ਆਇਆ। ਉਹ ਜਿਹੜੇ 30-40 ਜਿਹੜੇ ਇੱਥੇ ਚੰਡੀਗੜ੍ਹ ਦੇ ਲਾਗੇ SYL ਦੇ ਉੱਤੇ ਕੰਮ ਕਰਨ ਵਾਲੇ ਮਜ਼ਦੂਰ ਮਾਰ ਦਿੱਤੇ ਗਏ ਸੀ, ਜਿਨ੍ਹਾਂ ਦਾ ਕੋਈ ਉਹਦੇ ਨਾਲ ਕੋਈ ਲੈਣਾ ਦੇਣਾ, ਆਪਣੀ ਰੋਜੀ ਰੋਟੀ ਵਾਸਤੇ ਆਏ ਸੀ। ਹੁਣ ਉਹ ਇਮੇਜਰੀ ਵਾਪਸ ਤੁਸੀਂ ਖੜੀ ਕਰਦੇ ਹੋ। ਤੁਸੀਂ ਉਸ ਦੇ ਖਿਲਾਫ ਹੋ ਕਿ ਜਟਾਣੇ ਨੂੰ ਹੀਰੋ ਵਜੋਂ ਨਹੀਂ, ਮੈਂ ਉਹਦੇ ਖਿਲਾਫ ਨਹੀਂ ਹਾਂ। ਮੈਂ ਇਹ ਕਹਿੰਦਾ ਕਿ ਜਿਹੜਾ ਇਸ਼ੂ ਜਿਹੜਾ ਹੈ ਇਹਨੂੰ ਗਲਤ ਤਰੀਕੇ ਦੇ ਨਾਲ ਪ੍ਰੈਜ਼ੈਂਟ ਕੀਤਾ ਜਾਵੇ। ਜਿਹੜੀ ਗੱਲ ਉਸ ਗਾਣੇ ਦੇ ਵਿੱਚ ਇਹ ਕਹੀ ਹੈ ਕਿ ਪੰਜਾਬ ਦੇ ਨਾਲ ਹਰਿਆਣਾ ਵੀ ਆ ਜਾਵੇ, ਹਿਮਾਚਲ ਵੀ ਆ ਜਾਵੇ, ਪੁਰਾਣਾ ਪੰਜਾਬ ਹੈ ਜਿਹੜਾ, ਉਸ ਨਾਲ ਸਹਿਮਤ ਹੋ ਤੁਸੀਂ? ਨਹੀਂ, ਉਹ ਤਾਂ ਆਉਣਾ ਹੀ ਨਹੀਂ ਕਿਸੇ ਨੇ। ਤੁਸੀਂ ਜਾ ਕੇ, ਮੈਂ ਇੱਕ ਵਾਰੀ ਵਰਲਡ ਪੰਜਾਬੀ ਕਾਨਫਰੰਸ ਵਾਸਤੇ ਲਾਹੌਰ ਚਲਾ ਗਿਆ। ਲਾਹੌਰ ਜਾ ਕੇ ਮੈਂ ਕਿਹਾ ਜੀ ਪੰਜਾਬ ਨੂੰ ਇੱਕ ਹੋ ਜਾਣਾ ਚਾਹੀਦਾ। ਉਹ ਜੀ ਮੇਰੇ ਗੱਲ ਪੈਣ ਨੂੰ ਤਿਆਰ ਹੈ, ਕਹਿੰਦੇ ਕਿ ਮਸਾਂ ਤਾਂ ਅਸੀਂ ਤੁਹਾਡੇ ਤੋਂ ਅੱਡ ਹੋਏ। ਮੈਂ ਕਿਹਾ ਫਿਰ ਮੈਂ ਉਹਨੂੰ ਆਪਣੀ ਕੁਝ ਸ਼ਬਦ ਵਾਪਸ ਲੈਣੇ ਪਏ। ਮੈਂ ਕਿਹਾ ਜੀ ਜਿਹੜੀ ਕੰਡਿਆਲੀ ਵਾਲੀ ਤਾਰ ਹੈ ਇਹਦੇ ਵਿੱਚ ਜੇ ਫੁੱਲਾਂ ਵਾਲੇ ਥੋੜੇ ਜਿਹੇ ਆਪਾਂ ਦਰਵਾਜ਼ੇ ਬਣਾ ਲਈਏ ਤਾਂ ਚੰਗਾ ਨਹੀਂ ਹੋਊਗਾ। ਉਹ ਕਹਿੰਦੇ ਨਹੀਂ ਜੀ ਪਹਿਲਾਂ ਕਸ਼ਮੀਰ। ਹੁਣ ਤੁਸੀਂ ਹਰਿਆਣੇ ਵਾਲਿਆਂ ਇਹ ਕਹਿ ਰਹੇ ਆ, ਹਰਿਆਣੇ ਵਾਲਿਆਂ ਨੂੰ ਪੁੱਛੋ ਵੀ ਪੰਜਾਬ 'ਚ ਲੜਨਾ ਜਾ ਕੇ, ਹਿਮਾਚਲ ਵਾਲਿਆਂ ਨੂੰ ਕਹੋ ਵੀ ਪੰਜਾਬ 'ਚ। ਤੁਸੀਂ ਇਹਨੂੰ ਕਲਚਰ ਕ੍ਰਾਈਸਿਸ ਮੰਨਦੇ ਹੋ? ਨਹੀਂ, ਮੈਂ ਜਿਹੜੀਆਂ ਨਹੀਂ ਕਲਚਰਲ ਕ੍ਰਾਈਸਿਸ ਨਹੀਂ ਹੈ ਇਹ। ਜਿਹੜੀ ਜੇ ਅਸੀਂ ਪੰਜਾਬੀ ਆਈਡੈਂਟੀਟੀ ਦੀ ਗੱਲ ਕਰਦੇ ਹਾਂ, ਹੁਣ ਹਰਿਆਣਵੀ ਆਈਡੈਂਟੀਟੀ ਵੀ ਬਣ ਚੁੱਕੀ ਹੈ, ਹਿਮਾਚਲੀ ਆਈਡੈਂਟੀਟੀ ਵੀ ਬਣ ਚੁੱਕੀ ਹੈ। ਉਹ ਹੁਣ ਫਿਰ ਇਹ ਗੱਲ ਕਰਨੀ ਬੰਦ ਕਰ ਦਈਏ ਕਿ ਦੋਨੋਂ ਪੰਜਾਬ ਇਕੱਠੇ ਹੋ ਜਾਣ, ਮਹਾ ਪੰਜਾਬ ਫਿਰ ਹੋਵੇ, ਨਾ ਗੱਲ ਕਰਿਆ ਕਰੀਏ ਫਿਰ? ਨਹੀਂ, ਉਹ ਜਿਹਨੇ ਕਰਨੀ ਉਹ ਕਰਨ, ਜਿਹਨੂੰ ਅਪੋਜ਼ ਕਰਨੀ ਉਹ ਅਪੋਜ਼ ਵੀ ਕਰਨਗੇ। ਉਹ ਜਿਹੜਾ ਚੱਲਦਾ, ਜੇ ਕਿਸੇ ਦਿਨ ਲੱਗਦਾ ਜੇ ਕੋਈ ਇਹਦੇ ਵਿੱਚ ਰਾਦਰ ਇਸ ਵੇਲੇ ਤਾਂ ਆਲਰੇਡੀ ਮੈਂ ਪਹਿਲਾਂ ਗੱਲ ਕਰ ਚੁੱਕਿਆ, ਇਹ ਜਿਹੜੀਆਂ ਜਿਓਗ੍ਰਾਫੀਕਲ ਬਾਉਂਡਰੀਜ਼ ਨੇ ਇਹ ਬੇਮਾਨੀ ਹੋ ਚੁੱਕੀ। ਤੁਹਾਨੂੰ ਇਹ ਲੱਗਦਾ ਕਿ ਜੇ ਇਹੋ ਜਿਹੇ ਗਾਣੇ ਆਉਣਗੇ ਤਾਂ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਸਿਸ ਖੜਾ ਹੋ ਸਕਦਾ, ਪੰਜਾਬ ਦੇ ਯੂਥ ਵਿੱਚ ਕ੍ਰਾਈਸਿਸ ਖੜਾ ਹੋ ਸਕਦਾ? ਕਿਉਂਕਿ ਹੁਣ ਇੱਕੋ ਚਰਚਾ ਚੱਲਦੀ ਪਈ ਹੈ, ਇਸੇ ਬਹਾਨੇ ਜੀ ਪੰਜਾਬ ਦਾ ਯੂਥ ਜਟਾਣੇ ਬਾਰੇ ਪੜ੍ਹਨ ਲੱਗ ਪਿਆ, ਇਸੇ ਬਹਾਨੇ ਪੰਜਾਬ ਦਾ ਯੂਥ SYL ਬਾਰੇ ਪੜ੍ਹਨ ਲੱਗ ਪਿਆ। ਉਹ ਚੰਗੀ ਗੱਲ ਹੈ, ਉਹ ਚੰਗੀ ਗੱਲ ਹੈ, ਪੜ੍ਹਨਾ ਚਾਹੀਦਾ। ਜੇ ਇੱਕ ਗਾਣੇ ਕਰਕੇ ਤੁਹਾਨੂੰ ਆਪਣੇ ਇਤਿਹਾਸ ਪੜ੍ਹਨਾ ਚਾਹੀਦਾ। ਦੋ ਗੱਲਾਂ ਨੇ, ਜੇ ਇੱਕ ਗਾਣਾ ਤੁਹਾਨੂੰ ਪ੍ਰਵੋਕ ਕਰਦਾ ਇਤਿਹਾਸ ਪੜ੍ਹਨ ਤੇ ਫਿਰ ਤਾਂ ਜੀ ਫਿਊਚਰ ਪਤਾ ਨਹੀਂ ਕਿਹੋ ਜਿਹਾ ਹੋਊਗਾ। ਪਰ ਚਲੋ ਪੜ੍ਹਨ ਤਾਂ ਲੱਗੇ ਨਾ ਜੀ। ਪਹਿਲਾਂ ਇਹ ਪੋਜ਼ਿਟਿਵ ਆਊਟਕਮ ਹੈਗਾ ਵੀ ਹਾਂਜੀ ਕੀ SYL ਹੈ ਕੀ। ਹੁਣ ਆਪਣੇ ਨਾਲ ਹੀ ਆ ਇੱਥੋਂ ਰੋਜ਼ ਗੱਡੀਆਂ ਦੇ ਉੱਤੇ ਵੱਡੀਆਂ ਗੱਡੀਆਂ ਤੋਂ ਲੰਘਦੇ ਆ, ਉਹਦੇ ਪੁਲ ਦੇ ਉੱਪਰ ਥੱਲੇ ਦੀ ਹੁਣ ਇੱਕ ਜਿਹੜੀ ਹੈਗੀ ਆ ਨਹਿਰ ਵਗਦੀ ਆ, ਦੂਜੀ ਸੁੱਕੀ ਪਈ ਆ, ਕੋਈ ਖਿਆਲ ਹੀ ਨਹੀਂ ਕਿਸੇ ਨੂੰ ਵੀ ਇਹ ਕੀ ਆ। ਹੁਣ ਉਹਦੇ ਬਾਰੇ ਪੜ੍ਹਨ। ਪੰਜਾਬ ਅੱਗੇ ਬੜੇ ਸਵਾਲ ਹੈਗੇ। ਆਖਰੀ ਸਵਾਲ ਤੁਹਾਡੇ ਲਈ ਮੈਂ ਕਰ ਰਿਹਾ ਪੰਦੇਰ ਸਾਹਿਬ, ਪਾਣੀ ਦਾ, ਕਿਸਾਨੀ ਦਾ, ਜਵਾਨੀ ਦਾ, ਬਹੁਤ ਸਾਰੇ ਸਵਾਲ ਸਾਡੇ ਅੱਗੇ। ਪੰਜਾਬ ਦਾ ਫਿਊਚਰ ਕੀ ਹੈ? ਆਖਰੀ ਸਵਾਲ। ਪੰਜਾਬ ਦਾ ਫਿਊਚਰ ਤਾਂ ਜਿਹੜਾ ਹੈਗਾ ਜੀ ਇੱਕ ਸੰਘਰਸ਼ ਦਾ ਹਾਲੇ
ਸੰਘਰਸ਼ ਕਰੇਗਾ, ਪੰਜਾਬ ਨੂੰ ਸੰਘਰਸ਼ ਮੈਂ ਇਹ ਨਹੀਂ ਕਰਦਾ ਕਿ ਜੀ ਨਾਰਮਲੀ ਆਪਣੇ ਨਾ ਬਹੁਤ ਸਾਰੇ ਜਿਹੜੇ ਬੁੱਧੀਜੀਵੀ ਨੇ, ਮੈਂ ਉਹਨਾਂ ਨੂੰ ਕੁਐਸਚਨ ਨਹੀਂ ਕਰਦਾ, ਕਿਉਂਕਿ ਉਹਨਾਂ ਦੇ ਆਪਣੇ ਲੈਵਲ ਨੇ। ਉਹ ਜਿਹੜਾ ਪੁਰਾਣਾ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ, ਸਿੱਖ ਰਾਜ ਖਤਮ ਹੋਇਆ, ਉਦੋਂ ਜਿਹੜਾ ਹੈਗਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਤੇ ਸ਼ਾਹ ਮੁਹੰਮਦ ਦੀ ਕਵਿਤਾ ਦੀ ਗੱਲ ਕਰਦੇ ਆ, ਉਸ ਨੂੰ ਉਸ ਸੰਦਰਭ 'ਚ ਦੇਖਦੇ ਆ। ਹੁਣ ਜੰਗ ਪੰਜਾਬ ਹਿੰਦ ਦਾ ਤਾਂ ਹੋਣਾ ਨਹੀਂ ਹੈ, ਕਿਉਂਕਿ ਜਿਹੜੀ ਹਿੰਦ ਦੀ ਸਰਕਾਰ ਜਿਹੜੀ ਹੈਗੀ ਆ ਉਹ ਆਲਮੋਸਟ ਖਤਮ ਹੈ, ਉਹ ਮਾਰਕੀਟ ਫੋਰਸਿਸ ਦੇ ਗਹਿਣੇ ਪੈ ਚੁੱਕੀ ਆ, ਉਹਨਾਂ ਦੇ ਕੰਟਰੋਲ 'ਚ। ਹੁਣ ਪੰਜਾਬ ਦਾ ਜਿਹੜਾ ਸੰਘਰਸ਼ ਆ ਉਹ ਮਾਰਕੀਟ ਫੋਰਸਿਸ ਦੇ ਨਾਲ ਹੋਣਾ। ਪੰਜਾਬ ਨੇ ਜਦੋਂ ਇੱਕ ਜੰਗ ਜਿੱਤ ਕੇ ਦਿਖਾਤੀ, ਹੁਣ ਜਿਹੜੀ ਹੈਗੀ ਆ ਮਾਰਕੀਟ ਫੋਰਸਿਸ ਨੇ ਕਿਸ ਤਰ੍ਹਾਂ ਪੰਜਾਬ ਨੂੰ, ਹੁਣ ਤੁਸੀਂ ਇਹ ਦੇਖੋ, ਇਹਦੇ ਉੱਪਰ ਆਪਾਂ ਫੇਰ ਵੀ ਬਹਿਸ ਕਰ ਸਕਦੇ ਹਾਂ, ਸਾਡੇ ਐਗਰੀਕਲਚਰ ਨੂੰ ਕਿਸ ਤਰ੍ਹਾਂ ਬਦਨਾਮ ਕੀਤਾ ਜਾਂਦਾ। ਕੋਸ਼ਿਸ਼ ਇਹ ਆ ਜਿਹੜੀਆਂ ਮਾਰਕੀਟ ਫੋਰਸਿਸ ਦੀਆਂ ਪਿਛਲੇ 20 ਸਾਲਾਂ ਤੋਂ ਕੋਸ਼ਿਸ਼ ਇਹ ਆ ਕਿ ਪੰਜਾਬ, ਹਰਿਆਣਾ, ਵੈਸਟਰਨ ਯੂਪੀ ਜਿਹੜਾ ਇਹ ਖੇਤਰ ਆ, ਇਹ ਅਨਾਜ ਪੈਦਾ ਕਰਨਾ ਬੰਦ ਕਰ ਦੇ, ਕਣਕ ਔਰ ਝੋਨਾ, ਔਰ ਉਹਦੇ ਉੱਤੇ ਕਈ ਇਲਜ਼ਾਮ ਲਾਏ ਜਾਂਦੇ ਨੇ। ਔਰ ਕੋਈ ਇਹ ਹੈ ਕਿ ਜਿੱਦਣ ਇਹ ਏਰੀਆ ਅਨਾਜ ਪੈਦਾਵਾਰ ਬੰਦ ਕਰ ਦੂਗਾ, ਉਸ ਦਿਨ ਹਿੰਦੁਸਤਾਨ ਫੂਡ ਸੋਵਰਨ, ਅਸੀਂ ਨਾਰਮਲੀ ਨਾ ਫੂਡ ਜਿਹੜੀ ਹੈਗੀ ਆ ਸਿਕਿਉਰਿਟੀ ਦੀ ਗੱਲ ਕਰਦੇ, ਉਹ ਵੀ ਬਹੁਤ ਸ਼ਰਾਰਤਪੂਰਨ ਗੱਲ ਆ। ਸਾਊਦੀ ਅਰੇਬੀਆ ਵੀ ਫੂਡ ਸਿਕਿਉਰ, ਉਹਨਾਂ ਦੀ ਫੂਡ ਸਿਕਿਉਰਿਟੀ ਵੀ ਹੈਗੀ, ਉਹ ਤੇਲ ਵੇਚ ਕੇ ਆਪਣਾ ਫੂਡ ਸਿਕਿਉਰਿਟੀ ਕਰ ਲੈਂਦੇ। ਅਸੀਂ ਫੂਡ, ਸਾਡੀ ਖੁਦ ਮੁਖਤਿਆਰੀ ਆ ਸਾਡੇ ਅਨਾਜ ਦੇ ਉੱਤੇ, ਸਾਨੂੰ ਕਿਸੇ ਤੇ ਡਿਪੈਂਡੈਂਟ ਨਹੀਂ ਹੈਗੇ। ਜਿੱਦਣ ਅਸੀਂ ਇਹ ਖੇਤਰ ਜਿਹੜਾ ਹੈਗਾ ਜੀ ਇਹ ਚੋਂ ਬਾਹਰ ਹੋ ਜਾਂਦਾ ਅਨਾਜ ਪ੍ਰੋਡਕਸ਼ਨ ਚੋਂ, ਅਸੀਂ ਨੈਟ ਡੈਫਿਸਿਟ ਦੇਸ਼ ਹੋਵਾਂਗੇ। ਜਿੱਦਣ ਜਿਹੜਾ ਦੇਸ਼ ਅਨਾਜ ਇੰਪੋਰਟ ਕਰਨ ਲੱਗ ਜੇ, ਜਦੋਂ ਤੁਹਾਡੀ ਫੂਡ ਸੋਵਰੈਨਿਟੀ ਖਤਮ ਹੋ ਜੇ, ਉਦੋਂ ਤੁਹਾਡੀ ਪੋਲੀਟੀਕਲ ਸੋਵਰੈਨਿਟੀ ਵੀ ਜਾਣੀ ਹੈ। ਔਰ ਉਹ ਤੁਹਾਡੀ ਪੋਲੀਟੀਕਲ ਸੋਵਰੈਨਿਟੀ ਤੇ ਹਮਲਾ ਕਰਨ ਵਾਸਤੇ, ਔਰ ਇਹ ਪੰਜਾਬ ਦਾ ਜਿਹੜਾ ਕਿਸਾਨ ਹੈ, ਉਹ ਆਖਰੀ ਲੜਾਈ ਜਿਹੜੀ ਹੈ, ਬਾਕੀ ਸਾਰਿਆਂ ਨੇ ਤਾਂ ਛੱਡਤੀ, ਬਾਕੀ ਸਾਰਿਆਂ ਨੇ ਜਿਹੜੀਆਂ ਇਹ ਮਾਰਕੀਟ ਫੋਰਸਿਸ ਦੇ ਸਾਹਮਣੇ ਗੋਡੇ ਟੇਕੇ, ਕਿਸਾਨ ਨੇ ਨਹੀਂ ਟੇਕੇ, ਔਰ ਫਿਰ ਤੁਹਾਨੂੰ ਬਦਨਾਮ ਕੀਤਾ ਜਾ ਰਿਹਾ ਹੈ। ਹੁਣ ਜਿਹੜਾ ਪੰਜਾਬ ਦਾ ਜਿਹੜਾ ਗਰਾਊਂਡ ਵਾਟਰ ਟੇਬਲ ਦੀ ਗੱਲ ਕਰਦੇ, ਇਹ ਜੀ ਝੋਨਾ ਜਿਹੜਾ ਹੈਗਾ ਇਹਦੇ ਰਿਸਪੌਂਸਿਬਲ ਹੈ। 23% ਤਾਂ ਤੁਸੀਂ ਜਿਹੜੇ ਦਰਿਆਈ ਪਾਣੀ ਆ ਉਹ ਸਿਰਫ ਵਰਤ ਸਕਦੇ ਹੋ। ਦੁਨੀਆ 'ਚ ਹੋਰ ਕਿੱਥੇ ਹੈ ਕ੍ਰਾਈਸਿਸ ਜੀ, ਮੈਨੂੰ ਦਿਖਾਉਣ ਜਿਹੜੇ ਮਾਹਰ ਨੇ ਕਿ ਝੋਨੇ ਕਰਕੇ ਗਰਾਊਂਡ ਵਾਟਰ ਟੇਬਲ ਰਿਸੀਡ ਕੀਤਾ ਹੋਵੇ ਦੁਨੀਆ 'ਚ। ਝੋਨੇ ਦੀ ਕਲਟੀਵੇਸ਼ਨ ਸਾਰੀ ਦੁਨੀਆ 'ਚ ਹੁੰਦੀ ਹੈ। ਇੱਥੇ ਸਾਡੇ ਜਿਹੜਾ ਸਰਫੇਸ ਵਾਟਰ ਆ ਉਹ ਤਾਂ ਚੱਕ ਕੇ ਬਾਹਰ ਸਿੱਟ ਦਿੰਦੇ। ਪੰਜਾਬ ਨੂੰ ਕ੍ਰਾਈਸਿਸ ਦਿਖਾਇਆ ਜਾ ਰਿਹਾ, ਤੁਸੀਂ ਇਹ ਕਹਿੰਦੇ? ਹਾਂਜੀ। ਪੰਜਾਬ ਨੂੰ ਜਿਹੜਾ ਹੈਗਾ ਬਲੈਕ ਪੇਂਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਇਹ ਜਿਹੜੇ ਸਾਡੇ ਮਾਹਰ ਨੇ, ਇਹ ਇੰਟਰਨੈਸ਼ਨਲ ਜਿਹੜੀਆਂ ਸਾਡੀਆਂ ਮਾਰਕੀਟ ਫੋਰਸਿਸ ਨੇ, ਉਹਨਾਂ ਦੇ ਦਲਾਲ ਬਣ ਕੇ ਜਿਹੜੇ ਹੈਗੇ, ਉਹਨਾਂ ਦੇ ਏਜੰਟ ਬਣ ਕੇ ਇਹ ਪੰਜਾਬ ਦੇ ਖਿਲਾਫ ਜਾਂ ਭਾਰਤ ਦੀ ਕਿਸਾਨੀ ਦੇ ਖਿਲਾਫ ਕੰਮ ਕਰ ਰਹੇ। ਬਹੁਤ ਧੰਨਵਾਦ ਸਰ ਜੀ ਪੰਧੇਰ, ਜਿਹੜਾ ਤੁਸੀਂ ਵਾਰ-ਵਾਰ ਕਿਸਾਨੀ ਦੀ ਗੱਲ ਕਰਦੇ ਪਿਓ, ਪਾਣੀ ਦੀ ਗੱਲ ਕਰਦੇ ਪਿਓ, ਖੇਤੀ ਦੀ ਗੱਲ ਕਰਦੇ ਪਿਓ, ਇਕਨੋਮਿਕਸ ਦੀ ਗੱਲ ਕਰਦੇ ਪਏ। PAU 'ਚੋਂ ਤੁਸੀਂ ਪਾਸ ਆਊਟ ਹੋਏ ਆ, ਮੈਨੂੰ ਲੱਗਦਾ ਉਹਦਾ ਅਸਰ ਤੁਹਾਡੇ ਤੇ ਬਹੁਤ ਜ਼ਿਆਦਾ ਹੈਗਾ। ਮੈਨੂੰ ਲੱਗਦਾ ਜੀ, ਆਈ ਐਮ ਥੈਂਕਫੁਲ। ਬਹੁਤ ਧੰਨਵਾਦ, ਥੈਂਕ ਯੂ, ਬਹੁਤ ਧੰਨਵਾਦ। ਬਹੁਤ ਬੇਬਾਕੀ ਨਾਲ ਸਰ ਜੀ ਪੰਧੇਰ ਹਰਾਂ ਨੇ ਆਪਣੀ ਰਾਏ ਰੱਖੀ ਹੈ। ਇਹ ਪੰਜਾਬ ਨੂੰ ਆਪਟੀਮਿਸਟ ਦੇਖਦੇ ਹੈ। ਇਹ ਕਹਿੰਦੇ ਆ ਸੰਘਰਸ਼ ਤੋਂ ਬਾਅਦ ਵੀ ਪੰਜਾਬ ਹੈ ਜਿਹੜਾ ਉਸ ਮਾਰਕੀਟ ਫੋਰਸ ਨਾਲ ਲੜੂਗਾ ਜਿਹਦੇ ਗਲਬੇ ਦੇ ਵਿੱਚ ਸਾਡੀਆਂ ਸਰਕਾਰਾਂ ਆ ਚੁੱਕੀਆਂ, ਤੇ ਪੰਜਾਬ ਦਾ ਕਿਸਾਨ, ਪੰਜਾਬ ਦਾ ਜਵਾਨ, ਉਸ ਦੀ ਅਣਖ ਹੈ ਅਜੇ ਜਿੰਦਾ, ਤੇ ਪੰਜਾਬੀਓ ਡਟੇ ਰਹੀਓ, ਹਾਰਨਾ ਨਹੀਂ। ਬਹੁਤ ਧੰਨਵਾਦ।